ਤਕਰੀਬਨ ਇਹੀ ਕਹਿ ਸਕਦਾ ਹਾਂ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ, ਜਿਸ ਤਰ੍ਹਾਂ ਕਿ ਲੇਹ ਲਦਾਖ, ਸਿੱਕਮ, ਆਸਾਮ ਅਤੇ ਆਪਣਾ JNK, ਕਿਹਦਾ ਨਾਂ ਲਵਾਂ ਮੈਂ, ਹਰੇਕ ਜਗ੍ਹਾ ਜਾ ਕੇ ਬਹੁਤ ਹੀ ਅੱਛੀ ਸ਼ਾਨਦਾਰ ਸਰਵਿਸ ਨੂੰ ਸਰ ਅੰਜਾਮ ਦਿੱਤਾ। ਤੁਸੀਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਵੀ ਫੋਨ ਯੂਜ਼ ਕਰਦੇ ਹੋ, ਤੁਸੀਂ ਵੀ ਕਾफ़ੀ ਚੀਜ਼ਾਂ ਐਸੀਆਂ ਕੰਨੀ ਸੁਣੀਆਂ ਹੁੰਦੀਆਂ ਹੋਣਗੀਆਂ ਵੀ ਜਦ ਬਾਰਡਰ 'ਤੇ ਫੌਜੀ ਖੜ੍ਹਾ ਹੁੰਦਾ ਹੈ ਇੱਕ ਪਾਸੇ ਗੋਲੀਆਂ ਬੰਦੂਕਾਂ ਲੈ ਕੇ ਆਪਣੀ ਛਾਤੀ ਮੂਹਰੇ ਕਰਕੇ ਖੜ੍ਹਾ ਹੁੰਦਾ ਵੀ ਅਸੀਂ ਦੇਖ ਲਾਂਗੇ, ਦੇਸ਼ ਦੀ ਰੱਖਿਆ ਵਾਸਤੇ ਖੜ੍ਹੇ ਨੇ ਉਹ, ਅਤੇ ਇੱਕ ਪਾਸੇ ਜਦ ਗੱਲ ਚੱਲ ਜਾਂਦੀ ਹੈ ਦੇਸ਼ ਦੇ ਅੰਦਰ ਕਿ ਸੈਨਾ ਨੂੰ ਭੇਜ ਦਿੱਤਾ ਜਾਵੇ, ਲੜਾਈ ਲਾ ਦਿਓ, ਕਿ ਅਸਲ ਦੇ ਵਿੱਚ ਲੜਾਈ ਇੱਕ ਦੇਸ਼ ਦੇ ਨਾਲ ਟਾਕਰੇ ਲੈਣੇ ਇੰਨੇ ਸੌਖੇ ਹੁੰਦੇ ਨੇ? कुर्बानी का मज़ा तो कुछ हम ही जानते हैं, कुर्बानी का मज़ा तो कुछ हम ही जानते हैं। जो मौत को ज़िंदगी मानते हैं नहीं जानते कि अंजाम क्या है, हम तो मरना महज दिल लगी जानते हैं। ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ, ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਨੂੰ ਜਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਤੇ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਜਿਹੜਾ ਪੈਰਾਂ ਦੇ ਹੇਠ ਲਤਾੜਿਆ ਗਿਆ ਉਹ ਦੋਸਤੋ ਉਸ ਕੱਖ ਨੂੰ ਡੰਗਰ ਸਿਆਣਦਾ ਨਹੀਂ। ਨਾ ਉਹ ਜਾਏ ਸ਼ਹੀਦਾਂ ਦੇ ਵਿੱਚ ਗਿਣਿਆ, ਨਾ ਉਹ ਜਾਏ ਸ਼ਹੀਦਾਂ ਦੇ ਵਿੱਚ ਗਿਣਿਆ, ਸੀਨਾ ਗੋਲੀਆਂ ਦੇ ਅੱਗੇ ਜਿਹੜਾ ਤਾਣਦਾ। सूरा सो पहचानिए जो लड़े दीन के हेत, पुरजा पुरजा कट मरे कबू न छाटे खेत। चाहे असीं जंगे मैदान दे विच कुछ भी क्यों ना, कोई जिसम का हिस्सा भी क्यों ना कट जाए, तो असीं फिर पिछे मुड़ के नहीं देखते, क्योंकि साडे दिल च यही तमन्ना हुंदी है कि असीं अपने मुल्क वास्ते बहादरी दिखा के इस नूं फतेह करना ते दुश्मन दे दंद खट्टे करने। मैं ਤੁਹਾਨੂੰ ਕੀ ਇੱਕ ਦਰਦਨਾਕ ਗੱਲ ਦੱਸਦਾ ਕਿ ਹਿੰਦੁਸਤਾਨ ਦੇ ਇੱਕ ਲੈਫਟੀਨੈਂਟ ਨੂੰ ਦਰਖਤ ਨਾਲ ਬੰਨ੍ਹ ਕੇ, ਇੱਕ ਲੱਤ ਦਰਖਤ ਨਾਲ ਬੰਨ੍ਹੀ, ਇੱਕ ਲੱਤ ਜੀ ਪਿੱਛੇ ਪਾ ਕੇ ਉਹਨੂੰ ਵਿਚਾਲਿਓਂ ਪਾੜ ਦਿੱਤਾ। ਇਹ ਮੇਰੀਆਂ ਅੱਖਾਂ ਦੇਖਣ ਦੀ ਗੱਲ ਹੈ। ਕਿੰਨਾ ਕੁ ਚਿਰ ਚੱਲੀ ਸੀ ਜਿਹੜੀ 71 ਦੀ ਲੜਾਈ ਸੀ? ਜਿਵੇਂ ਤੁਸੀਂ ਢਾਕਾ ਦੇ ਵਿੱਚ ਉਹ ਸਾਰੀ ਚੀਜ਼ਾਂ ਹਾਇਰ ਕਰਨੀਆਂ, ਆਕੂਪਾਈ ਕਰਨੀਆਂ, ਹੈ ਨਾ, ਕਿੰਨਾ ਟਾਈਮ ਲੰਮੀ ਚੱਲੀ ਸੀ ਲੜਾਈ? ਕਿ ਜੰਗੇ ਮੈਦਾਨ 'ਚ ਜਾ ਕੇ ਜੰਗ ਦਾ ਤਜਰਬਾ ਹੋ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਲੜਾਈ ਲੜਨੀ ਹੈ। ਹੁਣ ਇੱਕ ਨਵਾਂ ਬੰਦਾ ਹੈ, ਉਹ ਕਿਸੇ ਕੰਮ 'ਚ ਨਹੀਂ ਪੈਂਦਾ, ਉਹਨੂੰ ਤਜਰਬਾ ਨਹੀਂ ਹੁੰਦਾ। ਜਦੋਂ ਉਹ ਕਿਸੇ ਕੰਮ 'ਚ ਪੈ ਜਾਂਦਾ ਤਾਂ ਉਸ ਨੂੰ ਤਜਰਬਾ ਹੋ ਜਾਂਦਾ। ਸਾਨੂੰ ਜੰਗੇ ਮੈਦਾਨ ਦਾ ਤਜਰਬਾ ਸੀ, ਅਸੀਂ ਕਦੇ ਮਨ 'ਚ ਨਹੀਂ ਸੀ ਸੋਚਿਆ। ਅਸੀਂ ਸੋਚਦੇ ਸੀ ਜੇ ਲੜਾਈ ਹੁਣ ਵੀ ਲੱਗੂ ਤਾਂ ਹੁਣ ਵੀ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਪੰਜਾਬ ਨਿਊਜ਼ ਦੇਖ ਰਹੇ ਹੋ, ਤੁਹਾਡਾ ਸਵਾਗਤ ਕਰਦਾ। ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ। ਇੱਕ ਚੀਜ਼ ਬੜੀ ਆਮ ਹੈ ਸੋਸ਼ਲ ਮੀਡੀਆ 'ਤੇ, ਆਪਾਂ ਅਕਸਰ ਇੱਕ ਵਾਰ ਕਹਿ ਦਿੰਦੇ ਹੁੰਦੇ ਹਾਂ ਜੀ, ਕੋਈ ਮੜੀ ਜੀ ਹਲਚਲ ਹੋ ਜੇ ਪਾਕਿਸਤਾਨ ਵੱਲੋਂ, ਕੋਈ ਛੋਟਾ ਮੋਟਾ ਅਟੈਕ ਹੋਣ ਦੀ ਗੱਲ ਹੋਵੇ, ਆਪਾਂ ਮਿੰਟ 'ਚ ਇੱਕ ਗੱਲ ਕਹਿ ਦਿੰਦੇ ਹਾਂ ਕਿ ਅਟੈਕ ਕਰ ਦਿਓ। ਇਹ ਸੋਸ਼ਲ ਮੀਡੀਆ 'ਤੇ ਬੜੀ ਆਮ ਚੀਜ਼ ਹੁੰਦੀ ਹੈ। ਕਮੈਂਟ ਕਰਨ ਵਾਲੇ ਅਕਸਰ ਕਹਿ ਦਿੰਦੇ ਨੇ ਵੀ ਯਾਰ ਅਟੈਕ ਕਰ ਦੇਣਾ ਚਾਹੀਦਾ ਆ, ਵੀ ਕਿਉਂ ਸ਼ਾਂਤ ਬੈਠੇ ਆ, ਕਿਉਂ ਸ਼ਾਂਤ ਬੈਠੇ ਆ, ਅਟੈਕ ਕਰੋ, ਪਾਕਿਸਤਾਨ 'ਤੇ ਅਟੈਕ ਕਰੋ, ਘੁਸਪੈਠ ਕਰਕੇ ਅਟੈਕ ਕਰੋ। ਸਪੈਸ਼ਲ ਜਿਹੜੇ ਨੇ ਉਹ ਕਹਿੰਦੇ ਨੇ ਆਪਾਂ ਚੈਂਬਰਾਂ ਨੂੰ ਭੇਜੋ, ਸਪੈਸ਼ਲ ਯੂਨਿਟਸ ਨੂੰ ਭੇਜੋ, ਏਅਰ ਫੋਰਸਿਸ ਨੂੰ ਭੇਜੋ, ਬਸ ਅਟੈਕ ਕਰ ਦਿਓ। ਇਹ ਕਹਿਣਾ ਬੜਾ ਸੌਖਾ ਹੁੰਦਾ ਕਿ ਅਸਲ ਦੇ ਵਿੱਚ ਜਿਹੜੇ ਉੱਥੇ ਖੜ੍ਹੇ ਹੁੰਦੇ ਨੇ ਬਾਰਡਰਾਂ 'ਤੇ, ਉਹਨਾਂ ਨੂੰ ਕਦੇ ਪੁੱਛ ਕੇ ਵੇਖਿਓ ਕਿ ਇੰਨਾ ਸੌਖਾ ਹੁੰਦਾ ਆ ਲੜਨਾ, ਮੂਹਰੇ ਹੋ ਕੇ ਲੜਨਾ, ਦੂਸਰੇ ਜਿਹੜੇ ਆਪਣੇ ਓਪੋਜੀਸ਼ਨ ਹੁੰਦੀ ਹੈ, ਦੂਸਰੀ ਕੰਟਰੀ ਦੇ ਜਿਹੜੇ ਜਵਾਨ ਹੁੰਦੇ ਉਹਨਾਂ ਦੀ ਗੋਲੀਆਂ ਸਹਿਣਾ, ਕਿ ਇੰਨਾ ਸੌਖਾ ਹੁੰਦਾ ਆ ਵੀ ਜਿੰਨੇ ਸੌਖੇ ਤਰੀਕੇ ਨਾਲ ਆਪਾਂ ਕਹਿ ਦਿੰਦੇ ਹਾਂ।
ਇਹ ਸਾਰੀ ਗੱਲਬਾਤ ਕਰਨ ਵਾਸਤੇ ਅੱਜ ਮੈਂ ਤੁਹਾਡੇ ਨਾਲ ਇੱਕ ਐਸੀ ਸ਼ਖਸੀਅਤ ਦੀ ਮੁਲਾਕਾਤ ਕਰਾਉਣ ਜਾ ਰਿਹਾ ਜਿਹਨੇ ਆਪਣੇ ਆਪਣੇ ਪਿੰਡੇ ਤੇ 2 ਲੜਾਈਆਂ ਵੇਖੀਆਂ ਨੇ। ਇੱਕ ਸਨ 1965 ਦੀ, ਇੱਕ ਸਨ 1971 ਦੀ। ਪਾਕਿਸਤਾਨ ਨਾਲ ਜਿਹੜੀਆਂ ਲੜਾਈਆਂ ਹੋਈਆਂ ਸੀ, ਵੱਡੀਆਂ ਲੜਾਈਆਂ ਹੋਈਆਂ ਸੀ ਜਿਨ੍ਹਾਂ ਨੇ ਤਖਤਾ ਪਲਟਦਾ ਸੀਗਾ ਪਾਕਿਸਤਾਨ ਤੇ ਇੰਡੀਆ ਦਾ। ਉਸ ਤੋਂ ਬਾਅਦ ਕਿਤੇ ਨਾ ਕਿਤੇ ਜਿਹੜੀਆਂ ਨੇ ਲੜਾਈਆਂ ਖਤਮ ਹੋਈਆਂ ਪੂਰੇ ਦੇਸ਼ ਦੇ ਵਿੱਚ, ਪੂਰੇ ਭਾਰਤ ਦੇ ਵਿੱਚ ਤੇ ਪੂਰੇ ਵਰਲਡ ਦੇ ਵਿੱਚ। ਮੈਂ ਕਹਿ ਸਕਦਾ ਲੜਾਈਆਂ ਨਹੀਂ ਹੋਈਆਂ ਇਸ ਪੱਧਰ ਤੇ, ਜਿਹੜੇ ਪੱਧਰ ਤੇ ਲੜਾਈਆਂ ਉਸ ਸਮੇਂ ਹੋਈਆਂ ਸੀਗੀਆਂ। ਬਾਂਗਲਾਦੇਸ਼, ਪੂਰਬੀ ਪਾਕਿਸਤਾਨ ਕਹਿ ਦਿੱਤਾ ਜਾਂਦਾ ਸੀ, ਉਸ ਨੂੰ ਆਜ਼ਾਦ ਕਰਵਾਇਆ ਉਸ ਸਮੇਂ। ਕੀ ਹੋਇਆ ਸੀ ਅਸਲ ਦੇ ਵਿੱਚ, ਵਾਕਈ ਕੀ ਹੋਏ ਸੀ, ਕਿੱਦਾਂ ਫੀਲਿੰਗਾਂ ਹੁੰਦੀਆਂ ਸੀਗੀਆਂ ਵੀ ਯਾਰ ਜੰਗ ਲੱਗੀ ਹੁੰਦੀ ਸੀ, ਯਾਨੀ ਕਿ ਗੋਲੀਆਂ ਚੱਲ ਰਹੀਆਂ ਨੇ, ਵੀ ਉਹ ਮਾਹੌਲ ਕਿਸ ਤਰੀਕੇ ਦਾ ਹੁੰਦਾ ਸੀਗਾ। ਤੇ ਉਸ ਸਮੇਂ ਮਨ ਦੇ ਵਿੱਚ ਖਿਆਲਾਤ ਕੀ ਹੁੰਦੇ ਸੀਗੇ? ਪਰਿਵਾਰ ਦੇ ਖਿਆਲਾਤ ਹੁੰਦੇ ਸੀ, ਦੇਸ਼ ਦੇ ਹੁੰਦੇ ਸੀ, ਕੀ ਖਿਆਲਾਤ ਹੁੰਦੇ ਸੀ, ਆਪਣੇ ਬਚਣ ਦੇ ਖਿਆਲਾਤ ਹੁੰਦੇ ਸੀਗੇ। ਇਹ ਸਾਰੀ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਅੱਜ ਹੋਣਗੇ ਕੈਪਟਨ ਜਰਨੈਲ ਸਿੰਘ ਮੰਡੇਰ। ਇਹ ਉਹੀ ਸ਼ਖਸ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ। ਆਪਣੇ ਪਿੰਡੇ ਤੇ 2 ਲੜਾਈਆਂ ਆਪ ਲੜੇ ਨੇ, ਆਪ ਜਿਹੜੀਆਂ ਨੇ ਉਹ ਚੀਜ਼ਾਂ ਅੱਖੀਂ ਵੇਖੀਆਂ ਨੇ। 65 ਦੇ ਵਿੱਚ ਜਦ ਅੰਮ੍ਰਿਤਸਰ ਦੇ ਵਿੱਚ ਪੋਸਟਿੰਗ ਸੀ ਤੇ ਉਸ ਤੋਂ ਬਾਅਦ 71 ਦੇ ਵਿੱਚ ਜਿਹੜੇ ਸੀਗੇ ਇਹ ਵਾਰਾਣਸੀ ਸੀ ਤੇ ਉਸ ਤੋਂ ਬਾਅਦ ਪੋਸਟਿੰਗ, ਸਾਰੀਆਂ ਚੀਜ਼ਾਂ ਹਟੀਆਂ। ਸਾਰੀ ਗੱਲਬਾਤ ਕਰਾਂਗੇ, ਜਿੰਨੇ ਵੀ ਸਵਾਲ ਨੇ ਨਾ ਮਨ ਦੇ ਵਿੱਚ ਉਹ ਸਾਰੇ ਮੈਂ ਪੁੱਛਣ ਦੀ ਕੋਸ਼ਿਸ਼ ਕਰੂੰਗਾ। ਸਭ ਤੋਂ ਪਹਿਲਾਂ ਸਰ ਦਾ ਸਵਾਗਤ ਕਰਦੇ ਹਾਂ। ਸਰ ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਮੈਂ ਕੈਪਟਨ ਜਰਨੈਲ ਸਿੰਘ ਜਲਾਜਣ, ਪੰਜਾਬ ਟੀਵੀ ਦੇ ਜਵਾਨ ਜਿਹੜੇ ਮੇਰੇ ਕੋਲ ਆਏ ਨੇ, ਮੈਂ ਉਹਨਾਂ ਨੂੰ ਵੈਲਕਮ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਉਹ ਹਮੇਸ਼ਾ ਹੀ ਇਸ ਮੁਹਿੰਮ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਗੇ। ਕਿਆ ਬਾਤ, ਧੰਨਵਾਦ, ਬਹੁਤ ਬਹੁਤ ਧੰਨਵਾਦ। ਤੁਸੀਂ ਇੰਨੀ ਗੁੱਡ ਵਿਸ਼ੇਸ ਸਾਨੂੰ ਦਿੱਤੀਆਂ, ਸਟਾਰਟਿੰਗ ਕੀਤੀ ਹੈ। ਸਭ ਤੋਂ ਪਹਿਲਾਂ ਕੈਪਟਨ ਸਾਹਿਬ ਸ਼ੁਰੂਆਤ ਕਰਦੇ ਹਾਂ ਆਪਾਂ ਇਸ ਚੀਜ਼ ਦੀ, ਹੈ ਨਾ, ਵੀ ਦੇਸ਼ ਦੇ ਵਾਸਤੇ ਭਰਤੀ ਹੋਣਾ ਅੱਜ ਕੱਲ੍ਹ ਤਾਂ ਬਹੁਤ ਲੋਕਾਂ ਦਾ ਖੁਆਬ ਹੈ, ਵੀ ਕਹਿੰਦੇ ਵਤਨ ਦੇ ਵਾਸਤੇ ਮਰ ਮਿਟ ਵੀ ਜਾਵਾਂਗੇ, ਕਿੱਡੀ ਕੁ ਗੱਲ ਹੈ। ਤਾਂ ਫਿਰ ਜਰਨੈਲ ਸਿੰਘ ਦੇ ਮਨ ਦੇ ਵਿੱਚ ਕਦੋਂ ਆਇਆ ਸੀ ਇਹ ਸੁਪਨਾ ਵੀ ਮੈਂ ਫੌਜ ਦੇ ਵਿੱਚ ਭਰਤੀ ਹੋਣਾ? ਮੇਰੇ ਮਨ ਦੇ ਵਿੱਚ ਜਦੋਂ ਮੈਂ ਮੈਟ੍ਰਿਕ ਕੀਤੀ 1955 ਤੋਂ ਪਹਿਲਾਂ 53-54 'ਚ ਮੈਟ੍ਰਿਕ ਕਰ ਲਈ। ਉਸ ਤੋਂ ਬਾਅਦ ਦੇ ਵਿੱਚ ਮੇਰੇ ਦਿਲ ਦੇ ਵਿੱਚ ਹੋਰ ਇਹ ਤਮੰਨਾ ਸੀ ਕਿ ਮੈਂ ਦੇਸ਼ ਤੇ ਕੌਮ ਦੀ ਚੜ੍ਹਦੀਆਂ ਕਲਾਂ ਦੇ ਵਿੱਚ ਸੇਵਾ ਕਰ ਸਕਾਂ। ਇਹ ਮੇਰੇ ਮਨ ਦੀ ਪ੍ਰੇਰਨਾ ਸੀ। ਮੈਂ 1955 ਦੇ ਵਿੱਚ ਫਿਰ ਆਰਮੀ ਜੁਆਇਨ ਕੀਤੀ। 1955 ਦੇ ਵਿੱਚ? 1955 ਦੇ ਵਿੱਚ। ਤੇ ਸ਼ੁਰੂਆਤੀ ਦੌਰ ਦੇ ਵਿੱਚ ਤੁਸੀਂ ਐਜ਼ ਅ ਕੀ ਭਰਤੀ ਹੋਏ ਸੀ ਉੱਥੇ? ਸ਼ੁਰੂਆਤੀ ਤੌਰ 'ਤੇ ਮੈਂ ਬਤੌਰ ਸਿਪਾਹੀ ਭਰਤੀ ਹੋਇਆ ਸੀ ਤੇ ਆਰਟੀ ਸੈਂਟਰ ਨਾਸਕ ਰੋਡ ਮੈਂ ਟ੍ਰੇਨਿੰਗ ਕੀਤੀ। ਅੱਛਾ। ਟ੍ਰੇਨਿੰਗ ਕਰਨ ਤੋਂ ਬਾਅਦ ਫਿਰ 2 ਫੀਲਡ ਰੈਜੀਮੈਂਟ ਐਸਵੀ ਝਾਂਸੀ ਦੇ ਵਿੱਚ ਮੈਨੂੰ ਪੋਸਟ ਕਰ ਦਿੱਤਾ ਗਿਆ। ਕੀ ਬਾਤ। ਅੱਛਾ, ਪੂਰੇ ਭਾਰਤ ਦੇ ਵਿੱਚ ਦੇਖੀਏ ਤਾਂ ਕੈਪਟਨ ਸਾਹਿਬ ਕਿੱਥੇ ਕਿੱਥੇ ਕੁ ਪੋਸਟਿੰਗ ਰਹੀ ਹੈ ਤੁਹਾਡੀ? ਕਿੱਥੇ ਜਿਵੇਂ 55 ਦੇ ਵਿੱਚ ਤੁਸੀਂ ਭਰਤੀ ਹੋ ਚੁੱਕੇ ਹੋ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ, ਕਿਹੜੇ ਕਿਹੜੇ ਬਲਕਿ ਜਗ੍ਹਾ ਦੇ ਵਿੱਚ ਤੁਸੀਂ ਜਾ ਕੇ ਜਿਹੜੀ ਪੋਸਟਿੰਗ ਆਪਣੀ ਸੇਵਾ ਨਿਭਾਈ ਹੈ? ਮੈਂ ਤਕਰੀਬਨ ਇਹੀ ਕਹਿ ਸਕਦਾ ਹਾਂ ਕਿ ਹਿੰਦੁਸਤਾਨ ਦੇ ਕੋਨੇ-ਕੋਨੇ ਦੇ ਵਿੱਚ, ਜਿਸ ਤਰ੍ਹਾਂ ਕਿ ਲੇਹ ਲਦਾਖ, ਸਿੱਕਮ, ਆਸਾਮ ਤੇ ਆਪਣਾ JNK, ਕਿਹਦਾ ਨਾਂ ਲਵਾਂ, ਮੈਂ ਹਰੇਕ ਜਗ੍ਹਾ ਜਾ ਕੇ ਬਹੁਤ ਹੀ ਅੱਛੀ ਸ਼ਾਨਦਾਰ ਸਰਵਿਸ ਨੂੰ ਸਰੰਜਾਮ ਦਿੱਤਾ। ਅੱਛਾ, ਵੈਸੇ ਦੇਖਿਆ ਜਾਵੇ ਤਾਂ ਪਰਿਵਾਰ ਦੇ ਵਿੱਚ ਜਰਨੈਲ ਸਿੰਘ ਜੀ ਪਹਿਲਾਂ ਕੋਈ ਹੋਰ ਸੀਗਾ ਪਿਛੋਕੜ ਵੀ ਇਸ ਫੌਜੀ ਮਤਲਬ ਕਿ ਆਰਮੀ ਬੈਕਗਰਾਊਂਡ ਦਾ ਕੋਈ ਬੰਦਾ ਸੀਗਾ ਪਰਿਵਾਰ ਦੇ ਵਿੱਚ ਕੋਈ ਪਹਿਲਾਂ ਤੋਂ? ਹਾਂ, ਪਹਿਲਾਂ ਤੋਂ ਮੇਰੇ ਚਾਚਾ ਜੀ ਸੀ। ਅੱਛਾ। ਉਹ ਫੌਜ ਦੇ ਵਿੱਚ ਸੀ। ਉਹ ਪ੍ਰੇਰਿਤ ਕਰਦੇ ਰਹਿੰਦੇ ਸੀ ਕਿ ਬੇਟਾ ਆਰਮੀ ਜੁਆਇਨ ਕਰੋ। ਆਰਮੀ ਜੁਆਇਨ ਕਰਕੇ ਬਹੁਤ ਵਧੀਆ ਚੀਜ਼ ਹੈ। ਅੱਛਾ, ਕੋਈ ਐਸੀ ਚੀਜ਼ ਫਿਰ ਚਾਚਾ ਜੀ ਦੀ ਤੁਹਾਨੂੰ ਯਾਦ ਹੋਵੇ ਵੀ ਜਾਂ ਤੁਸੀਂ ਛੋਟੇ ਹੁੰਦੇ ਹੋਵੋਗੇ ਉਸ ਟਾਈਮ ਤੇ ਚਾਚਾ ਜੀ ਫੌਜ 'ਚ ਹੁੰਦੇ ਹੋਣੇ, ਤੁਹਾਨੂੰ ਆ ਕੇ ਦੱਸਦੇ ਹੋਣਗੇ ਵੀ ਆਰਮੀ 'ਚ, ਸੈਨਾ 'ਚ ਆਹ ਚੀਜ਼ਾਂ ਹੁੰਦੀਆਂ ਨੇ, ਵੀ ਕੋਈ ਐਸੀ ਇੱਕ ਚੀਜ਼ ਤੁਹਾਨੂੰ ਯਾਦ ਹੋਵੇ? ਮੈਨੂੰ ਯਾਦ ਹੈ, ਉਹ ਕਹਿੰਦੇ ਆ ਵੀ ਫੌਜ ਦੇ ਵਿੱਚ ਐਡਮਿਨਿਸਟ੍ਰੇਸ਼ਨ, ਮੈਨੇਜਮੈਂਟ ਤੇ ਡਿਸਪਲਿਨ ਦੇ ਬਾਰੇ 'ਚ ਬਹੁਤ ਹੀ ਅੱਛੀ ਤਰ੍ਹਾਂ ਜਾਣਕਾਰੀ ਮਿਲਦੀ ਹੈ, ਜਿਹੜੀ ਕਿ ਆਮ ਜਨਤਾ ਨੂੰ ਇਹ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ। ਐਡਮਿਨਿਸਟ੍ਰੇਸ਼ਨ, ਡਿਸਪਲਿਨ ਤੇ ਮੈਨੇਜਮੈਂਟ ਦੇ ਮੱਦੇਨਜ਼ਰ ਰੱਖਦੇ ਹੋਏ ਫੌਜ ਹਮੇਸ਼ਾ ਕਾਮਯਾਬੀ ਹਾਸਲ ਕਰਦੀ ਹੈ। ਸ਼ੁਰੂਆਤ ਕਰਦੇ ਹਾਂ ਕਿਉਂਕਿ ਕੈਪਟਨ ਸਾਹਿਬ ਆਪਾਂ ਜਿਹੜੀ ਇੰਟਰਵਿਊ ਕਰ ਰਹੇ ਹਾਂ ਤੁਹਾਡੀ ਪ੍ਰੋਫਾਈਲ ਦੀ ਤਾਂ ਕਰ ਹੀ ਰਹੇ ਹਾਂ, ਕਿਉਂਕਿ ਤੁਸੀਂ ਉਹ ਚੀਜ਼ਾਂ ਵੇਖੀਆਂ ਨੇ ਜਿਹੜੀਆਂ ਅੱਜ ਤਾਂ ਆਮ ਤੌਰ 'ਤੇ ਕਹਿਣੀਆਂ ਸੌਖੀਆਂ ਨੇ, ਵੀ ਲੜਾਈ ਲਾ ਦਿਓ। ਤੁਸੀਂ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਵੀ ਫੋਨ ਯੂਜ਼ ਕਰਦੇ ਹੋ, ਤੁਸੀਂ ਵੀ ਕਾਫੀ ਚੀਜ਼ਾਂ ਐਸੀਆਂ ਕੰਨੀ ਸੁਣੀਆਂ ਹੁੰਦੀਆਂ ਹੋਣਗੀਆਂ ਵੀ ਜਦ ਬਾਰਡਰ 'ਤੇ ਫੌਜੀ ਖੜ੍ਹਾ ਹੁੰਦਾ ਹੈ ਇੱਕ ਪਾਸੇ ਗੋਲੀਆਂ ਬੰਦੂਕਾਂ ਲੈ ਕੇ ਆਪਣੀ ਛਾਤੀ ਮੂਹਰੇ ਕਰਕੇ ਖੜ੍ਹਾ ਹੁੰਦਾ ਵੀ ਅਸੀਂ ਦੇਖ ਲਾਂਗੇ, ਦੇਸ਼ ਦੀ ਰੱਖਿਆ ਵਾਸਤੇ ਖੜ੍ਹੇ ਨੇ ਉਹ, ਅਤੇ ਇੱਕ ਪਾਸੇ ਜਦ ਗੱਲ ਚੱਲ ਜਾਂਦੀ ਹੈ ਦੇਸ਼ ਦੇ ਅੰਦਰ ਕਿ ਸੈਨਾ ਨੂੰ ਭੇਜ ਦਿੱਤਾ ਜਾਵੇ, ਲੜਾਈ ਲਾ ਦਿਓ, ਕਿ ਅਸਲ ਦੇ ਵਿੱਚ ਲੜਾਈ ਇੱਕ ਦੇਸ਼ ਦੇ ਨਾਲ ਟਾਕਰੇ ਲੈਣੇ ਇੰਨੇ ਸੌਖੇ ਹੁੰਦੇ ਨੇ?
ਜਿਹੜੀ ਦੇਸ਼ਾਂ ਦੀ ਲੜਾਈ ਲੱਗਦੀ ਹੈ ਇਹਦੇ ਜਾਨੀ ਤੇ ਮਾਲੀ ਨੁਕਸਾਨ ਬਹੁਤ ਹੁੰਦਾ ਹੈ। ਅਸੀਂ ਜਦੋਂ ਜੰਗੇ ਮੈਦਾਨ ਦੇ ਵਿੱਚ ਜਾਂਦੇ ਹਾਂ ਸਾਡੇ ਦਿਲ ਦੇ ਵਿੱਚ ਇੱਕੋ ਤਮੰਨਾ ਹੁੰਦੀ ਹੈ ਕਿ ਅਸੀਂ ਇਸ ਜੰਗ ਨੂੰ ਫਤਿਹ ਕਰਨਾ ਹੈ। ਕਿਉਂ ਸਾਡੇ ਬਹੁਤ ਹੀ ਸਾਥੀ ਜਿਹੜੇ ਕਿ ਸਾਡੇ ਨਾਲ ਸ਼ਹਾਦਤ ਪਾ ਜਾਂਦੇ ਨੇ ਉਹ ਉਹਨਾਂ ਨੂੰ ਦੇਖ ਕੇ ਅਸੀਂ ਪਿੱਛੇ ਨਹੀਂ ਮੁੜ ਕੇ ਦੇਖਦੇ, ਕਿਉਂਕਿ ਸਾਡੇ ਦਿਲ ਦੇ ਵਿੱਚ ਜਿਹੜੇ ਵਲਵਲੇ ਹੁੰਦੇ ਨੇ ਉਹ ਫਤਿਹ ਹਾਸਲ ਕਰਨ ਦੇ ਹੁੰਦੇ ਨੇ। ਸ਼ਹੀਦ ਹੋ ਗਿਆ ਤਾਂ ਮੈਂ ਕਿੱਥੇ ਸ਼ੇਅਰ ਕਹਾਂਗਾ, कुर्बानी का मज़ा तो कुछ हम ही जानते हैं, कुर्बानी का मज़ा तो कुछ हम ही जानते हैं, जो मौत को ज़िंदगी मानते हैं नहीं जानते कि अंजाम क्या है, हम तो मरना महज दिल लगी जानते हैं। अरे क्या बात है कैप्टन साहब, क्या बात। ਤਾਂ ਇਹ ਸਾਡੇ ਦਿਲ ਦੇ ਵਿੱਚ ਹੌਸਲੇ ਬੁਲੰਦ ਹੁੰਦੇ ਨੇ। ਸਾਨੂੰ ਮੌਤ ਤੋਂ ਬਿਲਕੁਲ ਡਰ ਨਹੀਂ ਲੱਗਦਾ। ਜੇਕਰ ਅਸੀਂ ਮੌਤ ਤੋਂ ਡਰਦੇ ਹੋਈਏ ਤਾਂ ਫਿਰ ਜੰਗੇ ਮੈਦਾਨ 'ਚੋਂ ਨੱਠਦੇ ਹਾਂ। ਜਿਹੜੇ ਮੈਂ ਇੱਕ ਹੋਰ ਵੀ ਤੁਹਾਨੂੰ ਦੱਸਾਂਗਾ ਕਿ ਜੰਗੇ ਮੈਦਾਨ ਦੇ ਵਿੱਚ ਜਿਹੜੇ ਲੋਕ ਸ਼ਹਾਦਤ ਪਾ ਜਾਂਦੇ ਨੇ ਉਹਨਾਂ ਦਾ ਵੀ ਸੰਸਕਾਰ ਕਦੇ ਕਰਨ ਨੂੰ ਮੌਕਾ ਮਿਲਦਾ ਜਾਂ ਨਹੀਂ ਮਿਲਦਾ, ਪਰ ਜਿਹੜਾ ਆਪਣੀ ਛਾਤੀ ਦੇ ਵਿੱਚ ਗੋਲੀਆਂ ਖਾਂਦਾ ਹੈ ਅਸੀਂ ਸ਼ਹੀਦ ਉਸੇ ਨੂੰ ਕਹਿੰਦੇ ਹਾਂ। ਇੱਥੇ ਆਮ ਲੋਕ ਕਹਿ ਦਿੰਦੇ ਨੇ ਉਹ ਫਲਾਣਾ ਸ਼ਹੀਦ, ਫਲਾਣੇ ਸ਼ਹੀਦ ਦੇ ਨਾਂ 'ਤੇ ਸੜਕ ਬਣਾ ਦਿਓ। ਮੈਨੂੰ ਇਹ ਤੋਂ ਯਾਦ ਇੱਕ ਗੱਲ ਆ ਗਈ ਹੈ, ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ, ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਨੂੰ ਜਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਤੇ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਰੱਬ ਉਸ ਨੂੰ ਕਦੇ ਨਾ ਕਰੇ ਉੱਚਾ ਜਿਹੜਾ ਆਪ ਉੱਚਾ ਹੋਣ ਜਾਣਦਾ ਨਹੀਂ। ਜਿਹੜਾ ਪੈਰਾਂ ਦੇ ਹੇਠ ਲਤਾੜਿਆ ਗਿਆ ਉਹ ਦੋਸਤੋ ਉਸ ਕੱਖ ਨੂੰ ਡੰਗਰ ਸਿਆਣਦਾ ਨਹੀਂ। ਨਾ ਉਹ ਜਾਏ ਸ਼ਹੀਦਾਂ ਦੇ ਵਿੱਚ ਗਿਣਿਆ, ਨਾ ਉਹ ਜਾਏ ਸ਼ਹੀਦਾਂ ਦੇ ਵਿੱਚ ਗਿਣਿਆ, ਸੀਨਾ ਗੋਲੀਆਂ ਦੇ ਅੱਗੇ ਜਿਹੜਾ ਤਾਣਦਾ, ਜਿਹੜਾ ਗੋਲੀਆਂ ਦੇ ਅੱਗੇ ਸੀਨਾ ਤਾਣਦਾ ਹੈ ਉਸੇ ਨੂੰ ਅਸੀਂ ਸ਼ਹੀਦ ਕਹਿ ਸਕਦੇ ਹਾਂ। ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ, ਉਹ ਰੰਬੀਆਂ ਨਾਲ ਖੋਪਰ ਲੈ ਜਾਂਦੇ ਤੇ ਤਸਵੀਰ ਬਦਲਦੀ ਕੌਮਾਂ ਦੀ। ਬਾ ਮਿੱਠੀਏ ਨੀਂਦ ਸਵਰਗ ਦੀਏ ਤੇਰੇ ਅੱਗੇ ਸਾਰੇ ਝੁਕ ਜਾਂਦੇ, ਲਹੂ ਦੇਖ ਕੇ ਉਹਨਾਂ ਸ਼ਹੀਦਾਂ ਦੇ ਨੈਣਾਂ 'ਚੋਂ ਸੋਮੇ ਵਗ ਪੈਂਦੇ। ਦੋਸਤੋ ਜਦੋਂ ਜਿਹੜਾ ਇਹ ਤਿਰੰਗਾ ਝੂਲਦਾ ਹੈ ਫੌਜੀਆਂ ਦੀ ਸਵਾਸਾਂ ਨਾਲ ਝੂਲਦਾ ਹੈ, ਪਰ ਜਦੋਂ ਫੌਜੀ ਸ਼ਹਾਦਤ ਪਾ ਜਾਂਦਾ ਫਿਰ ਉਹ ਤਿਰੰਗੇ ਦੇ ਵਿੱਚ ਲਿਪਟ ਕੇ ਹੀ ਵਾਪਸ ਆਉਂਦਾ ਹੈ। ਕਿਆ ਬਾਤ ਕੈਪਟਨ ਸਾਹਿਬ, ਬਲਕਿ ਜਦ ਤੁਸੀਂ ਸ਼ੇਅਰ ਕਰ ਰਹੇ ਸੀ ਨਾ ਮੇਰੇ ਰੋਂਗਟੇ ਖੜੇ ਹੋ ਰਹੇ ਸੀਗੇ, ਕਿਉਂਕਿ ਮੈਂ ਉਹ ਚੀਜ਼ ਫੀਲ ਕਰ ਰਿਹਾ ਸੀਗਾ। ਕਿਉਂਕਿ ਜਿਹੜੇ ਜਜ਼ਬੇ ਨਾਲ ਤੁਸੀਂ, ਜਿਵੇਂ ਪਹਿਲਾਂ ਮੈਂ ਦੱਸ ਦੇਵਾਂ ਕਿ ਕੈਪਟਨ ਸਾਹਿਬ ਹਜੇ ਥੋੜ੍ਹੇ ਢਿੱਲੇ ਨੇ ਸਿਹਤ ਦੇ ਵਿੱਚ। ਜਿਵੇਂ ਹੁਣ ਅਸੀਂ ਜਿਹੜੀ ਇੰਟਰਵਿਊ ਕਰ ਰਹੇ ਹਾਂ ਇਹ ਕੁਛ ਆਪਾਂ ਕਹਿ ਸਕਦੇ ਹਾਂ ਵੀ ਕਿਸੇ ਦੀ ਸਿਫਾਰਿਸ਼ ਕਰਕੇ ਕਹਿ ਸਕਦੇ ਹਾਂ, ਪਰ ਕੈਪਟਨ ਸਾਹਿਬ ਜਿਵੇਂ ਢਿੱਲੇ, ਤੁਸੀਂ ਢਿੱਲੇ ਦੇ ਹੋ, ਪਰ ਉਸ ਦੇ ਬਾਵਜੂਦ ਜਦ ਤੁਸੀਂ ਸ਼ੇਅਰ ਬੋਲਿਆ ਨਾ ਤਾਂ ਸ਼ੇਅਰ ਦੇ ਵਿੱਚ ਉਹ ਜਜ਼ਬਾ, ਉਹ ਹਿੰਮਤ, ਉਹ ਉਤਸ਼ਾਹ ਜਿਹੜੇ ਉਹ ਉਮਰ ਦਾ ਸੀ ਨਾ, ਮੈਨੂੰ ਉਹ ਫੀਲ ਹੋਇਆ। ਮੈਨੂੰ ਲੱਗਿਆ ਕਿ ਅੱਜ ਵੀ ਉਹ ਜਿਹੜਾ ਆ ਜਜ਼ਬਾ ਆ ਵੀ ਹਾਂ ਕੋਈ ਗੱਲ ਨਹੀਂ, ਉਹ ਐਸੇ ਮੁਕਾਮ ਹਾਸਲ ਕੀਤੇ ਨੇ ਸਿੱਖਾਂ ਨੇ, ਸਾਡੀ ਫੌਜਾਂ ਨੇ, ਵੀ ਉਹ ਜਜ਼ਬਾ ਤੁਹਾਡੀ ਆਵਾਜ਼ ਦੇ ਵਿੱਚੋਂ ਦਿਖਿਆ। 55 ਦੇ ਵਿੱਚ ਤੁਸੀਂ ਜੁਆਇਨ ਕੀਤਾ, 65 ਦੇ ਵਿੱਚ ਸਭ ਤੋਂ ਪਹਿਲੀ ਲੜਾਈ ਜਿਹੜੀ ਸੀ ਤੁਸੀਂ ਵੇਖੀ ਹੈ। 65 ਦੇ ਵਿੱਚ ਜਿਹੜੀ ਪਾਕਿਸਤਾਨ ਨਾਲ ਜਿਹੜੀ ਲੜਾਈ ਲੱਗੀ ਸੀਗੀ, ਉਹ ਟਾਈਮ ਪੋਸਟਿੰਗ ਤੁਹਾਡੀ ਕਿਤੇ, ਤੁਸੀਂ ਕਿੱਥੇ ਸੀਗੇ? ਮੈਂ ਉਸ ਟਾਈਮ ਯੂਨਿਟ 2 ਫੀਲਡ ਰੈਜੀਮੈਂਟ ਐਸਵੀ ਦੇ ਨਾਲ ਸੀ, ਕਿਉਂਕਿ ਮੇਰੀ ਆਪਣੀ ਯੂਨਿਟ ਸੀ। ਉੱਥੋਂ ਅਸੀਂ ਜੰਗੇ ਮੈਦਾਨ ਦੇ ਵਿੱਚ ਗਏ, ਖੂਬ ਗਹਿ ਅਚਵੀਂ ਲੜਾਈ ਹੋਈ ਉੱਥੇ। ਮੈਂ ਤੁਹਾਨੂੰ ਦੱਸਾਂ ਸਾਡੇ ਇੱਕ ਅਬਦੁਲ ਹਮੀਦ ਸੀ ਇਨਫੈਂਟਰੀ ਦੇ, ਅੱਛਾ, ਉਹਨੇ 3 ਪੈਟਰਨ ਟੈਂਕਾਂ ਨੂੰ ਸ਼ੂਟ ਕੀਤਾ ਤਾਂ ਪਾਕਿਸਤਾਨ ਵਾਲੇ ਉੱਥੇ ਪੈਟਰਨ ਟੈਂਕ ਹੀ ਛੱਡ ਕੇ ਵਾਪਸ ਦੌੜ ਗਏ। ਅਸੀਂ ਉਹ ਇਕੱਠੇ ਪੈਟਰਨ ਟੈਂਕ ਕੀਤੇ ਤੇ ਉੱਥੇ ਮੈਂ ਭੁੱਲ ਗਿਆ ਉਹਦੀ ਜਗ੍ਹਾ ਦਾ ਨਾਂ, ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਉੱਥੇ ਅੰਮ੍ਰਿਤਸਰ ਤੋਂ ਅੱਗੇ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਹੈ। ਮੈਂ ਉੱਥੇ ਫਿਰ ਅਸੀਂ ਪੈਟਰਨ ਨਗਰ ਬਣਾ ਦਿੱਤਾ। ਕਿੰਨੇ ਕੁੱਲ ਜਿਹੜੇ ਟੈਂਕ ਸੀਗੇ ਤੁਸੀਂ ਜਿਹੜੇ ਉਹਨਾਂ ਤੋਂ ਛੁਡਵਾ ਮਤਲਬ ਕਿ ਫੜ ਲਏ ਸੀ, ਜ਼ਬਤ ਕਰ ਲਏ ਸੀਗੇ? ਉਹ ਉਦੋਂ ਤਕਰੀਬਨ ਉੱਥੇ ਜਦੋਂ ਮੈਂ ਉੱਥੇ ਸੀ ਤਾਂ 12-14 ਟੈਂਕ ਅਸੀਂ ਉੱਥੇ ਉਹਨਾਂ ਤੋਂ ਕਵਰ ਕੀਤੇ ਸੀ। ਹਾਂਜੀ। ਉਹ ਕਿਸ ਤਰੀਕੇ ਨਾਲ ਮਤਲਬ ਕੀਤੇ? ਮੈਨੂੰ ਅਜੇ ਪੂਰੀ ਵੀ ਜਾਣਕਾਰੀ ਨਹੀਂ, ਕਿਉਂਕਿ ਮੈਂ ਉਮਰ ਦੇ ਲਿਹਾਜ਼ ਨਾਲ ਕਈ ਚੀਜ਼ਾਂ ਮੈਂ ਭੁੱਲ ਗਿਆ। ਖੇਮਕਰਨ ਸੈਕਟਰ ਸੀ ਉਹ, ਖੇਮਕਰਨ ਸੈਕਟਰ ਦੇ ਵਿੱਚ ਸੀ। ਮੈਨੂੰ ਹੁਣ ਜ਼ਬਾਨੀ ਯਾਦ ਨਹੀਂ ਤੇ ਕਿਉਂ ਉਮਰ ਦੇ ਤਕਾਜ਼ੇ ਨਾਲ ਕਈ ਇੱਕ ਚੀਜ਼ਾਂ ਮੈਨੂੰ ਯਾਦ ਨਹੀਂ ਰਹਿੰਦੀਆਂ ਹੈਗੀਆਂ। ਇਹ ਚੀਜ਼ਾਂ ਸੰਭਵ ਕਿਵੇਂ ਹੋਈਆਂ ਕੈਪਟਨ ਸਾਹਿਬ? ਜਿਵੇਂ ਕਿ ਕਿਉਂਕਿ
ਦੂਸਰੀ ਧਿਰ ਤੋਂ ਜਿਹੜੇ ਫੌਜੀ ਤੁਹਾਡੇ ਸਾਹਮਣੇ ਖੜੇ ਨੇ, ਕਿਉਂਕਿ ਉਹ ਵੀ ਕੁਝ ਸੋਚ ਕੇ ਖੜੇ ਨੇ, ਮਨਾਂ ਦੇ ਵਿੱਚ ਜਜ਼ਬੇ ਉਹਨਾਂ ਦੇ ਵੀ ਬਹੁਤ ਨੇ, ਕੁਝ ਸੋਚਿਆ ਆ ਵੀ ਉਹਨਾਂ ਦਾ, ਉਹ ਫਿਰ ਕਿਵੇਂ ਤੁਸੀਂ ਜਿਹੜੇ ਉਹਨਾਂ ਤੋਂ ਮਤਲਬ ਕਿ ਜਿਹੜੇ ਆਪਾਂ ਕਹਿ ਸਕਦੇ ਵੀ ਖੋਹੇ ਟੈਂਕ 14 12 14 ਬਹੁਤ ਵੱਡੀ ਅਮਾਊਂਟ ਹੈ, ਵੀ ਉਸ ਟਾਈਮ ਦੇ ਵਿੱਚ ਉਹ ਪੈਟਰਨ ਟੈਂਕ ਖੋਹਣੇ? ਉਹਦਾ ਕਾਰਨ ਇਹ ਸੀ ਕਿ ਜਿਹੜੀ ਪਾਕਿਸਤਾਨ ਆਰਮੀ ਸੀ ਉਹ ਪੈਟਰਨ ਟੈਕਨਾਂ ਦੇ ਮਕੈਨੀਕਲ ਬਾਰੇ ਕੁਝ ਵੀ ਨਹੀਂ ਸੀ ਜਾਣਦੇ। ਜੇ ਕਿਸੇ ਦਾ ਟਰੈਕ ਟੁੱਟ ਗਿਆ, ਕਿਉਂਕਿ ਟੈਂਕ ਦੇ ਥੱਲੇ ਟਰੈਕ ਹੁੰਦਾ ਹੈ, ਟਰੈਕ ਤੇ ਚੱਲਦਾ ਹੈ, ਉਹਨੂੰ ਉਹ ਰਿਪੇਅਰ ਕਰਨਾ ਨਹੀਂ ਸੀ ਜਾਣਦੇ, ਜਾਂ ਕੋਈ ਨੁਕਸ ਪੈ ਗਿਆ ਉਹਨੂੰ ਦੂਰ ਕਰਨਾ ਨਹੀਂ ਸੀ ਜਾਣਦੇ। ਪਰ ਲੈ ਕੇ ਆਏ ਸੀ। ਜਦੋਂ ਸਾਡੀ ਇੰਡੀਅਨ ਆਰਮੀ ਦਾ ਪੂਰਾ ਪ੍ਰੈਸ਼ਰ ਉਹਨਾਂ 'ਤੇ ਪੈ ਗਿਆ ਤਾਂ ਉਹਨਾਂ ਨੂੰ ਛੱਡ ਕੇ ਆਪਣੀ ਜਾਨ ਬਚਾਉਣ ਵਾਸਤੇ ਉੱਥੋਂ ਰਫੂ ਚੱਕਰ ਹੋ ਗਏ। ਅੱਛਾ, ਉਹ ਟਾਈਮ ਫਿਰ ਕਿੰਨੇ ਕੁ ਦੇਖਿਆ ਜਾਵੇ ਤਾਂ ਕੈਪਟਨ ਸਾਹਿਬ ਕਿੰਨਾ ਕੁ ਔਖਾ ਸੀਗਾ, ਕਿਉਂਕਿ ਜਦ ਗੋਲੀਆਂ ਚੱਲਦੀਆਂ ਹੁੰਦੀਆਂ ਨੇ ਵੀ ਆਵਾਜ਼ ਸਿਰਫ ਗੋਲੀਆਂ ਦੀ ਆ ਰਹੀ ਹੁੰਦੀ ਹੈ। ਉਸ ਟਾਈਮ ਜਦ 65 ਦੇ ਵਿੱਚ ਜਦ ਪਤਾ ਲੱਗਿਆ ਵੀ ਜੰਗ ਲੱਗ ਗਈ ਤਾਂ ਕੈਪਟਨ ਜਰਨੈਲ ਸਿੰਘ ਦੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਖਿਆਲਾਤ ਕਿਸ ਦਾ ਆਇਆ ਸੀਗਾ? ਪਰਿਵਾਰ ਦਾ, ਦੇਸ਼ ਦਾ, ਜਾਂ ਆਪਦੇ ਆਪ ਦਾ? ਮੈਨੂੰ ਸਭ ਤੋਂ ਪਹਿਲਾਂ ਆਪਣੇ ਦੇਸ਼ ਦਾ ਖਿਆਲ ਆਇਆ ਕਿ ਅਸੀਂ ਦੇਸ਼ ਲਈ ਭਰਤੀ ਹੋਏ ਹਾਂ, ਸਾਡੇ ਦੇਸ਼ 'ਤੇ ਕੋਈ ਆਂਚ ਨਹੀਂ ਆਉਣੀ ਚਾਹੀਦਾ। ਮੈਂ ਤੁਹਾਨੂੰ ਭਰਤੀ ਦੇ ਟਾਈਮ ਦਾ ਹੀ ਦੱਸ ਦਿੰਦਾ ਕਿ ਜਦੋਂ ਅਸੀਂ ਭਰਤੀ ਕਰਕੇ ਹੋ ਕੇ ਟ੍ਰੇਨਿੰਗ ਕਰ ਲੈਂਦੇ ਹਾਂ, ਟ੍ਰੇਨਿੰਗ ਤੋਂ ਬਾਅਦ ਸਾਨੂੰ ਇੱਕ ਕਸਮ ਖਿਲਾਈ ਜਾਂਦੀ ਹੈ। ਅੱਛਾ, ਕਸਮ ਖਿਲਾਉਂਦੇ ਨੇ ਕਿ ਮੈਂ ਦੇਸ਼ ਲਈ ਬਾਈ ਰੋਡ, ਬਾਈ ਸੀ, ਬਾਈ ਏਅਰ ਜਿੱਥੇ ਵੀ ਭੇਜਣਗੇ ਮੈਂ ਉੱਥੇ ਜਾਵਾਂਗਾ। ਜਦੋਂ ਉਹ ਕਸਮ ਅਸੀਂ ਖਾਂਦੇ ਹਾਂ ਤਾਂ ਸਾਡੇ ਦੇ ਵਿੱਚ 3 ਗੁਣ ਆਟੋਮੈਟਿਕਲੀ ਪਰਮਾਤਮਾ ਦੀ ਦੇਣ ਹੋ ਜਾਂਦੀ ਹੈ, ਦਾਨੀ, ਭਗਤ ਤੇ ਸੂਰਮਾ। ਦਾਨੀ ਤਾਂ ਮੈਂ ਉਸ ਕਰਕੇ ਕਹਿਣਾ ਹੈ ਕਿ ਅਸੀਂ ਕਸਮ ਖਾ ਕੇ ਕਹਿਣਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇਸ਼ ਦੇ ਲੇਖੇ ਲਾ ਦਿੱਤੀ। ਬਿਲਕੁਲ। ਭਗਤ, ਜਦੋਂ ਉੱਚੀਆਂ ਬਰਫੀਲੀਆਂ ਪਹਾੜੀਆਂ 'ਤੇ, ਸ਼ੂਕ ਦੀਆਂ ਹਵਾਵਾਂ ਦੇ ਵਿੱਚ, ਜੰਗਲਾਂ ਤੇ ਦਰਿਆਵਾਂ ਦੇ ਵਿੱਚ, ਉਹ ਤਪਦੇ ਰੇਗਿਸਤਾਨ ਦੇ ਵਿੱਚ ਅਸੀਂ ਇਕੱਲੇ ਸਰਹੱਦਾਂ 'ਤੇ ਖੜੇ ਹੋ ਕੇ ਪਹਿਰਾ ਦਿੰਦੇ ਹਾਂ ਤਾਂ ਸਾਡੇ ਕੋਲ ਕੋਈ ਰਿਸ਼ਤੇਦਾਰ, ਦੋਸਤ ਮਿੱਤਰ ਜਾਂ ਪਰਿਵਾਰਕ ਮੈਂਬਰ ਨਹੀਂ ਹੁੰਦਾ। ਉਹ ਸਾਡਾ ਭਗਤੀ ਦਾ ਪੀਰੀਅਡ ਹੁੰਦਾ ਹੈ। ਆਖਰੀ ਸੂਰਮਾ, ਸੂਰਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਖਟ ਮਰੇ ਕਬੂ ਨਾ ਸਾਡੇ ਖੇਤ। ਚਾਹੇ ਅਸੀਂ ਜੰਗੇ ਮੈਦਾਨ ਦੇ ਵਿੱਚ ਕੁਛ ਵੀ ਕਿਉਂ ਨਾ, ਕੋਈ ਜਿਸਮ ਦਾ ਹਿੱਸਾ ਵੀ ਕਿਉਂ ਨਾ ਕੱਟ ਜਾਵੇ, ਤਾਂ ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਦੇਖਦੇ, ਕਿਉਂਕਿ ਸਾਡੇ ਦਿਲ 'ਚ ਇਹੀ ਤਮੰਨਾ ਹੁੰਦੀ ਹੈ ਕਿ ਅਸੀਂ ਆਪਣੇ ਮੁਲਕ ਵਾਸਤੇ ਬਹਾਦਰੀ ਦਿਖਾ ਕੇ ਇਸ ਨੂੰ ਫਤਿਹ ਕਰਨਾ ਤੇ ਦੁਸ਼ਮਣ ਦੇ ਦੰਦ ਖੱਟੇ ਕਰਨੇ ਨੇ। ਅੱਛਾ, ਉਸ ਸਮੇਂ ਜਦ ਜੰਗਾਂ ਲੱਗੀਆਂ ਹੁੰਦੀਆਂ ਸੀਗੀਆਂ, ਜਦ ਕਿਉਂਕਿ ਸਾਹਮਣੇ ਫੌਜੀ ਵੀ ਖੜੇ ਨੇ, ਉਹ ਵੀ ਦਿਲਾਂ ਦੇ ਵਿੱਚ ਕੁਝ ਸੋਚ ਕੇ ਆਏ ਨੇ, ਕਿਉਂਕਿ ਉਹਨਾਂ ਨੇ ਵੀ ਅਟੈਕ ਕੀਤਾ ਆ, ਉਹ ਵੀ ਰੂਹਾਂ ਨੇ, ਉਹ ਵੀ ਕਿਸੇ ਮਾਂ ਦੇ ਪੁੱਤ ਨੇ। ਇੱਧਰੋਂ ਤੁਸੀਂ ਅਟੈਕ ਕੀਤਾ ਹੋਇਆ, ਤੁਸੀਂ ਉਸ ਚੀਜ਼ ਨੂੰ ਡਿਫੈਂਡ ਕਰ ਰਹੇ ਹੋ। ਜਦ 65 ਦਾ ਅਟੈਕ ਹੋਇਆ ਸੀਗਾ, ਉਸ ਚੀਜ਼ ਦੇ ਵਿੱਚ ਪਰਿਵਾਰ ਦੀ ਯਾਦ ਆਉਂਦੀ ਸੀ? ਵੈਸੇ ਉਸ ਸਮੇਂ ਕੋਈ ਐਸਾ ਪਲ ਹੋਇਆ ਹੋਊਗਾ ਵੀ ਜਦ ਪਰਿਵਾਰ ਦੀ ਯਾਦ ਆਈ ਹੋਵੇ? ਉਸ ਟਾਈਮ ਕਿਸੇ ਦੋਸਤ ਦੀ, ਕਿਸੇ ਰਿਸ਼ਤੇਦਾਰ ਜਾਂ ਪਰਿਵਾਰ ਦੀ ਕੋਈ ਯਾਦ ਨਹੀਂ ਆਉਂਦੀ। ਸਿਰਫ ਮਨ ਦੇ ਵਿੱਚ ਇੱਕੋ ਬਲਬਲਾ ਹੁੰਦਾ ਹੈ ਕਿ ਅਸੀਂ ਦੁਸ਼ਮਣ 'ਤੇ ਫਤਿਹ ਹਾਸਲ ਕਰਨੀ ਹੈ ਔਰ ਫਤਿਹ ਹਾਸਲ ਕਰਕੇ ਰਵਾਂਗੇ। ਜੇਕਰ ਅਸੀਂ ਇਹ ਸੋਚਦੇ ਰਹੀਏ ਫਿਰ ਜੰਗੇ ਮੈਦਾਨ ਦੇ ਵਿੱਚ ਦੁਸ਼ਮਣ ਨਾਲ ਲੜਾਈ ਨਹੀਂ ਲੜ ਸਕਦੇ। ਬਿਲਕੁਲ। ਅੱਛਾ, 65 ਦੀ ਲੜਾਈ ਤੋਂ ਬਾਅਦ ਕਿੰਨੀਆਂ ਕੁ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਹੇਰੂ ਫੇਰੂ ਹੋ ਗਈਆਂ ਸੀਗੀਆਂ, ਕਿਉਂਕਿ 65 ਦੀ ਲੜਾਈ ਵੀ ਬਹੁਤ ਵੱਡੀ, 2 ਲੜਾਈਆਂ ਜਿਹੜੀਆਂ ਨੇ ਭਾਰਤ ਦੀਆਂ, ਇੰਡੋ ਪਾਕਿਸਤਾਨ ਜਿਹੜੀ ਆਪਾਂ ਲੜਾਈ ਕਹਿ ਦਿੰਦੇ ਹਾਂ, ਉਹ ਬਹੁਤ ਵੱਡੀਆਂ ਲੜਾਈਆਂ ਹੋਈਆਂ ਨੇ, ਜਿਸ ਤੋਂ ਬਾਅਦ ਕਾਫੀ ਕੁਛ ਪਾਕਿਸਤਾਨ ਦਾ ਬਦਲਿਆ ਤੇ ਕਾਫੀ ਕੁਛ ਭਾਰਤ ਦਾ ਵਿੱਚ ਵੀ ਜਿਹੜਾ ਆ ਹੇਰ ਬਦਲਾਵ ਜਿਹੜੇ ਹੋਏ ਸੀਗੇ। ਕਿੰਨਾ ਕੁ ਬਦਲਾਵ ਤੁਸੀਂ ਆਪਣੇ ਅੱਖੀ ਵੇਖਿਆ ਵੀ ਕੀ ਕੁਛ ਚੀਜ਼ਾਂ ਜਿਹੜੀਆਂ, ਕਿਉਂਕਿ ਸਾਰੀ ਚੀਜ਼ਾਂ ਤੁਸੀਂ ਪਿੰਡੇ 'ਤੇ ਹੰਡਾਈਆਂ ਨੇ? ਮੈਂ ਬਹੁਤ ਬਦਲਾਅ ਦੇਖਿਆ। ਜਿੱਥੇ ਮਤਲਬ ਬੰਬਾਰਮੈਂਟ ਹੁੰਦੀ ਹੈ ਉੱਥੋਂ ਆਵਾਮ ਉੱਥੇ ਰਹਿ ਨਹੀਂ ਸਕਦਾ, ਬਹੁਤ ਉੱਜੜ ਜਾਂਦੇ ਨੇ। ਜਿੱਥੇ ਬੰਬਾਰਮੈਂਟ ਹੁੰਦੀ ਹੈ ਉਹ ਜ਼ਮੀਨ ਜ਼ਰਖੇਜ਼ ਨਹੀਂ ਰਹਿੰਦੀ ਹੈ, ਉੱਥੇ ਫਸਲਾਂ ਨਹੀਂ ਹੁੰਦੀਆਂ, ਤਾਂ ਲੋਕ ਤੋਂ ਦਰਬਦਰ ਹੋ ਗਏ, ਘਰ ਛੱਡ ਕੇ ਚਲੇ ਗਏ। ਇੱਕ ਬਹੁਤ ਹੀ ਮਤਲਬ ਦਰਦਨਾਕ ਸੀਨ ਉੱਥੇ ਦੇਖਣ ਨੂੰ ਮਿਲਦੇ ਨੇ, ਜਿਹੜੇ ਕਿ ਇਹ ਹੁੰਦੇ ਆ। ਸਾਡੇ ਦਿਲ 'ਚ ਇਹ ਤਮੰਨਾ ਹੁੰਦੀ ਹੈ ਕਿ ਅਸੀਂ ਫਤਿਹ ਹਾਸਲ ਕਰਨੀ ਹੈ ਤੇ ਦੂਜੇ ਦੇ ਦਿਲ 'ਚ ਇਹ ਤਮੰਨਾ ਹੁੰਦੀ ਹੈ ਕਿ ਅਸੀਂ ਫਤਿਹ ਹਾਸਲ ਕਰਨੀ ਹੈ। ਪਰ ਦੋਹਾਂ 'ਚੋਂ, ਜਿਵੇਂ ਪੰਜਾਬੀ 'ਚ ਕਹਿੰਦੇ ਨੇ, ਨਿੱਤਰੂ ਬੜੇ ਨੇ ਖਾਣੀ, ਕੁੰਡੀਆਂ ਦੇ ਸਿੰਘ ਫਸ ਗਏ ਵਾਲੀ ਗੱਲ ਹੋ ਜਾਂਦੀ ਹੈ। ਜਦੋਂ ਦੋਨੋਂ ਤਰ੍ਹਾਂ ਅੜਦੀਆਂ ਨੇ ਨਾ, ਫਿਰ ਉਹੀ ਨਿੱਤਰ ਦਾ ਜਿਹੜਾ ਕਾਬਿਲ ਤਾਰੀਫ ਔਰ ਆਪਣੇ
ਫੋਰਸ ਦੇ ਵਿੱਚ ਜ਼ਬਰਦਸਤ ਹੋਵੇ। ਅੱਛਾ ਕੈਪਟਨ ਸਾਹਿਬ, ਕਿੰਨੇ ਕੁ ਏਰੀਆ ਜਿਹੜਾ ਹੁਣ ਜਿਵੇਂ ਤੁਸੀਂ ਅੰਮ੍ਰਿਤਸਰ ਦੇ ਵਿੱਚ ਪੋਸਟਿੰਗ ਸੀ ਤੁਹਾਡੀ, ਹੈ ਨਾ, ਕਿੰਨਾ ਕੁ ਏਰੀਆ ਫਿਰ ਜਿਹੜਾ ਖਾਲੀ ਕਰਾ ਦਿੰਦੇ ਹੁੰਦੇ ਨੇ ਵੀ ਜਦ ਬੰਬਾਰਡਮੈਂਟ ਹੁੰਦੇ ਜਿਹੜੇ ਨੇੜੇ ਤੇੜੇ ਵਾਲੇ ਪਿੰਡ ਵਾਲੇ ਹੁੰਦੇ ਨੇ, ਕਿੰਨਾ ਕੁ ਏਰੀਆ ਖਾਲੀ ਕਰਾਉਂਦੇ ਹੁੰਦੇ ਨੇ? ਉਹ ਤਕਰੀਬਨ ਕਿਸੇ ਜਿਹੜੀ ਹੁਣ ਸ਼ੈਲਿੰਗ ਹੈ ਉਸ ਦੀ ਮਾਰ ਦੇ ਵਿੱਚ ਨਾ ਆਵੇ, ਉਸ ਏਰੀਏ ਦੇ ਵਿੱਚ ਉਹਨਾਂ ਨੂੰ ਕਹੀਦਾ ਤੁਸੀਂ ਉੱਠ ਕੇ ਪਿੱਛੇ ਚਲੇ ਜਾਓ। ਅੱਛਾ। ਹਾਂ, ਫਿਰ ਉਹ ਆਪਣੇ ਦਰ ਘਰ ਪਸ਼ੂ ਸਾਰੇ ਲੈ ਕੇ ਪਿੱਛੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਚਲੇ ਜਾਂਦੇ ਨੇ, ਜਾਂ ਕੋਈ ਕੈਂਪ ਬਣਾ ਦਿੱਤੇ ਨੇ, ਸ਼ਰਨਾਰਥੀ ਕੈਂਪ, ਉਹਨਾਂ 'ਚ ਆ ਕੇ ਰਹਿੰਦੇ ਨੇ, ਕਿਉਂਕਿ ਹਰੇਕ ਹੀ ਮੁਲਕ ਚਾਹੁੰਦਾ ਹੈ ਕਿ ਮੇਰੇ ਆਵਾਮ ਦਾ ਕੋਈ ਨੁਕਸਾਨ ਨਾ ਹੋਵੇ। ਬਿਲਕੁਲ, ਕਿਉਂਕਿ ਉਹ ਕੈਪਟਨ ਸਾਹਿਬ ਆਰਮੀ ਦੇ ਵਿੱਚ ਬੰਦਾ ਜਦ ਜੁਆਇਨ ਹੁੰਦਾ ਹੈ, ਇੱਕ ਨਵਾਂ ਪਰਿਵਾਰ ਬਣਦਾ ਹੈ, ਇੱਕ ਨਵੀਂ ਫੈਮਿਲੀ ਬਣਦੀ ਹੈ, ਨਵੇਂ ਰਿਸ਼ਤੇ ਬਣਦੇ ਨੇ, ਕਿਉਂਕਿ ਆਰਮੀ ਦੇ ਵਿੱਚ ਬਹੁਤ ਕੁਝ ਸਿਖਾਇਆ ਜਾਂਦਾ, ਹਰ ਇੱਕ ਮਜ਼ਹਬ ਨੂੰ ਕਿਸ ਤਰੀਕੇ ਦਾ ਆਦਰ ਸਨਮਾਨ ਦੇਣਾ ਚਾਹੀਦਾ ਆ। ਡਿਸਿਪਲਿਨ ਦੀ ਜਿਹੜੀ ਤੁਸੀਂ ਗੱਲ ਦੱਸਦੇ ਹੋ, ਉਹ ਅਸਲ ਰੂਪ ਦੇ ਵਿੱਚ ਆਰਮੀ 'ਚੋਂ ਸਿੱਖਣ ਨੂੰ ਮਿਲਦੀ ਹੈ, ਕਿਉਂਕਿ ਸਾਰੀ ਬਟਾਲੀਅਨਸ ਹੁੰਦੀਆਂ ਨੇ, ਹਰ ਇੱਕ ਮਜ਼ਹਬ ਦਾ ਬੰਦਾ ਉੱਥੇ ਹੁੰਦਾ ਹੈ। ਕਈ ਤੁਹਾਡੇ ਵੀ ਦੋਸਤ ਮਿੱਤਰ ਬਣੇ ਹੋਣਗੇ ਉਸ ਸਮੇਂ ਜਦ ਲੜਾਈਆਂ ਲੱਗੀਆਂ ਨੇ, ਲੜਾਈਆਂ ਲੱਗਣ ਤੋਂ ਪਹਿਲਾਂ 10 ਸਾਲ ਦਾ ਟਾਈਮ ਪੀਰੀਅਡ ਸੀਗਾ, 10 ਸਾਲ ਦੇ ਵਿੱਚ ਕਾਫੀ ਤੁਹਾਡੇ ਦੋਸਤ ਬਣੇ ਹੋਣਗੇ। ਫਿਰ ਕਈ ਦੋਸਤ ਐਸੇ ਵੀ ਹੋਣਗੇ ਵੀ ਜਿਹੜੇ 65 ਦੀ ਜਾਂ 71 ਦੀ ਲੜਾਈ ਦੇ ਵਿੱਚ ਸ਼ਹਾਦਤ ਵੀ ਪਾ ਗਏ ਹੋਣਗੇ, ਕੋਈ ਸੀਗੇ ਐਸੇ? ਹਾਂ, ਬਹੁਤ ਮੇਰੇ ਸਾਥੀ ਆਪਣੇ ਸ਼ਹਾਦਤ ਪ੍ਰਾਪਤ ਕਰ ਗਏ ਨੇ। ਜਿਹੜੇ ਬੰਗਲਾਦੇਸ਼ ਸੀਗੇ ਉੱਥੇ ਸ਼ਹੀਦ ਹੋ ਗਏ, ਅਤੇ 65 ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਨੇ। ਅਤੇ ਉਹਨਾਂ ਦੇ ਮੈਨੂੰ ਨਾਂ ਤਾਂ ਹੁਣ ਯਾਦ ਨਹੀਂ ਹੈ। ਇੱਕ ਤਾਂ ਕੈਪਟਨ ਮਦਨ ਲਾਲ ਸ਼ਰਮਾ ਜੀ, ਜਿਨ੍ਹਾਂ ਨੂੰ ਵੀਰ ਚੱਕਰ ਮਿਲਿਆ ਸੀ, ਉਹਨਾਂ ਨੂੰ, ਅਤੇ ਇੱਕ ਲੈਫਟੀਨੈਂਟ ਬੇਦ ਹੁੰਦੇ ਸੀ, ਉਹਨਾਂ ਨੂੰ ਵੀਰ ਚੱਕਰ ਮਿਲਿਆ। ਅਤੇ ਨਾਇਕ ਮਲਕੀਅਤ ਸਿੰਘ ਜੀ ਜਿਹੜੇ ਫਿਰ ਵਾਇਰਲੈਸ ਆਪਰੇਟਰ ਸੀ, ਇੱਕ ਆਪਰੇਟਰ ਪਾਲ ਸਿੰਘ, ਅਤੇ ਇੱਕ ਟੀਏ ਰਿਸ਼ਪਾਲ ਸਿੰਘ। ਮੈਂ ਕਿਹਦਾ ਨਾਂ ਲਵਾਂ, ਕਾਫੀ ਬੰਦੇ ਸ਼ਹੀਦੀ ਪ੍ਰਾਪਤ ਕਰ ਗਏ ਸੀ। ਕਿਉਂਕਿ ਇਹ ਚੀਜ਼ ਮੈਂ ਤੁਹਾਡੀ ਅੱਖਾਂ ਦੇ ਵਿੱਚੋਂ ਫੀਲ ਕਰ ਸਕ ਰਿਹਾ, ਕਿਉਂਕਿ ਅੱਖਾਂ ਦੇ ਵਿੱਚ ਅਜੇ ਵੀ ਨਮੀ ਆ ਜਾਂਦੀ ਹੈ। ਜਦ ਤੁਸੀਂ ਨਾਂ ਲੈ ਰਹੇ ਸੀਗੇ, ਉਹ ਨਾਮ ਜਿਹੜੇ ਨੇ ਕਿ ਇਹ ਅਟੈਚ ਹੋ ਜਾਂਦਾ ਬੰਦਾ ਜਦ ਸਾਹਮਣੇ ਫੌਜ ਲੜ ਰਹੀ ਹੁੰਦੀ ਹੈ। ਐਸਾ ਕੋਈ ਦ੍ਰਿਸ਼ ਸਾਹਮਣੇ ਆ ਜਾਂਦਾ ਵੀ ਆਪਣੇ ਵੀਰ ਭਰਾ ਦੇ ਜਦ ਗੋਲੀ ਲੱਗ ਜਾਂਦੀ ਹੈ ਜਾਂ ਫੱਟੜ ਹੋ ਜਾਂਦਾ ਹੈ, ਤਾਂ ਉਹ ਪਲ ਮਨ ਦੇ ਵਿੱਚ ਕੀ ਆਉਂਦਾ? ਫਿਰ ਉਸ ਪਲ ਮਨ ਦੇ ਵਿੱਚ ਤਾਂ ਇਹੀ ਮਨ 'ਚ ਆਉਂਦਾ ਹੈ ਕਿ ਮੈਂ ਇਸ ਨੂੰ ਬਚਾਉਣਾ ਹੈ, ਚਾਹੇ ਕਿਸੇ ਵੀ ਹਾਲਤ 'ਚ ਹੋਵੇ। ਕਿਉਂਕਿ ਫਾਇਰਮੈਨ ਲੈਫਟ ਸਾਨੂੰ ਸਿਖਾਈ ਜਾਂਦੀ ਹੈ ਕਿ ਇੱਕ ਜ਼ਖਮੀ ਨੂੰ ਕਿਸ ਤਰ੍ਹਾਂ ਚੱਕ ਕੇ ਪਿੱਛੇ ਲੈ ਕੇ ਜਾਣਾ ਹੈ। ਕਦੇ ਕੈਪਟਨ ਸਾਹਿਬ ਐਂ ਹੋਇਆ ਵੀ ਤੁਹਾਡੇ ਹੱਥ ਦੇ ਵਿੱਚ ਕਿਸੇ ਤੁਹਾਡੇ ਵੀਰ ਦੀ ਜਾਨ ਗਈ ਹੋਵੇ, ਤੁਸੀਂ ਉਹਨੂੰ ਲੈ ਕੇ ਜਾ ਰਹੇ ਹੋ? ਹਾਂ, ਮੇਰੇ ਹੱਥ ਦੇ ਵਿੱਚ ਇੱਕ ਆਪਰੇਟਰ ਪਾਲ ਸਿੰਘ ਸੀ, ਉਸ ਦੀ ਮਤਲਬ ਜਾਨ ਚਲੀ ਗਈ, ਕਿਉਂਕਿ ਮੈਂ ਵੀ ਬਾਈ ਟ੍ਰੇਡ ਆਪਰੇਟਰ ਸੀ, ਵਾਇਰਲੈਸ ਆਪਰੇਟਰ। ਅੱਛਾ। ਅਤੇ ਉਹ ਮੇਰਾ ਜਵਾਨ ਸੀ, ਤਾਂ ਉੱਥੇ ਉਹ ਸ਼ਹਾਦਤ ਪ੍ਰਾਪਤ ਕਰ ਗਿਆ। ਉਹਦਾ ਸੰਸਕਾਰ ਵੀ ਮੈਂ ਕੀਤਾ ਆਪਣੇ ਸਿੱਖ ਧਰਮ ਦੇ ਲਿਹਾਜ਼ ਨਾਲ। ਉਹ ਮੋਹਣ ਨਗਰ ਇੱਕ ਪਿੰਡ ਸੀ, ਉਸ ਥਾਂ ਮੈਂ ਉਸ ਪਾਲ ਸਿੰਘ ਦਾ ਸੰਸਕਾਰ ਕੀਤਾ ਸੀ। ਕਿ ਮਤਲਬ ਕਿ ਕਿਉਂਕਿ ਇਹ ਜਿਹੜੀਆਂ ਕਹਿਣੀਆਂ ਸੌਖੀਆਂ ਹੁੰਦੀਆਂ ਨੇ ਵੀ ਜੰਗਾਂ ਲੱਗ ਜਾਣ, ਲੜਾਈ ਲਾ ਦਿਓ, ਹੈ ਨਾ, ਅਟੈਕ ਕਰ ਦਿਓ, ਬੰਬਾਰੀ ਕਰ ਦਿਓ, ਗੋਲੀਆਂ। ਅਸਲ ਦੇ ਵਿੱਚ ਜਦ ਆਪਾਂ ਸੈਨਾ ਦੇ ਵਿੱਚ ਖੜ੍ਹੇ ਹੁੰਦੇ ਹਾਂ ਤਾਂ ਗੋਲੀ ਚਲਾਉਣੀ ਕਿੰਨੀ ਕੁ ਸੌਖੀ ਹੁੰਦੀ ਹੈ, ਕਿਉਂਕਿ ਅੱਜ ਕੱਲ੍ਹ ਤਾਂ ਗੋਲੀਆਂ ਬੰਦੂਕਾਂ ਦੇ ਗਾਣੇ ਬਹੁਤ ਆਉਂਦੇ ਨੇ ਵੀ ਫੱਟੇ ਚੱਕ ਦਾਂਗੇ, ਫਲਾਣਾ ਕਰ ਦਾਂਗੇ। ਬਾਰਡਰ 'ਤੇ ਜਿਹੜੇ ਸੈਨਿਕ ਖੜ੍ਹੇ ਨੇ ਉਹਨਾਂ ਨੂੰ ਅਸਲ ਦੇ ਵਿੱਚ ਪਤਾ ਹੈ ਵੀ ਗੋਲੀ ਚੱਲਦੀ ਕਿਵੇਂ ਹੈ, ਕਿਵੇਂ ਚਲਾਉਣੀ ਹੈ ਅਤੇ ਕਿੱਥੇ ਚਲਾਉਣੀ ਹੈ। ਕਿੰਨੀ ਕੁ ਸੌਖੀ ਹੁੰਦੀ ਹੈ ਬੰਦੂਕ ਦੇ ਵਿੱਚੋਂ ਗੋਲੀ ਕੱਢਣੀ? ਗੋਲੀਆਂ ਕੱਢਣੀਆਂ ਬਹੁਤ ਦਲੇਰੀ ਦਾ ਕੰਮ ਹੁੰਦਾ ਹੈ, ਕਿਉਂਕਿ ਜੇਕਰ ਅਸੀਂ ਗੋਲੀਆਂ ਦੁਸ਼ਮਣ 'ਤੇ ਨਹੀਂ ਬਰਸਾਵਾਂਗੇ ਜਾਂ ਬੰਬਾਰਮੈਂਟ ਨਹੀਂ ਕਰਾਂਗੇ ਤਾਂ ਕਾਮਯਾਬ ਨਹੀਂ ਹੋ ਸਕਦੇ। ਉਸ ਟਾਈਮ 'ਤੇ ਮਨ ਇੱਕ ਅਜਿਹਾ ਠੋਸ ਪੱਥਰ ਦੀ ਤਰ੍ਹਾਂ ਹੋ ਜਾਂਦਾ ਹੈ ਕਿ ਅਸੀਂ ਦੁਸ਼ਮਣ ਨੂੰ ਮਾਰਨਾ ਹੀ ਮਾਰਨਾ ਹੈ। ਹੀਲੇ ਵਸੀਲੇ, ਇੰਗਲਿਸ਼ ਕਹਿੰਦੇ ਨੇ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਬਿਲਕੁਲ। ਜੰਗੇ ਮੈਦਾਨ ਦੇ ਵਿੱਚ ਕੁਛ ਵੀ ਹੋਵੇ ਤਾਂ ਉਹ ਜਾਇਜ਼ ਹੁੰਦਾ, ਕੋਈ ਨਜਾਇਜ਼ ਨਹੀਂ ਹੁੰਦੀ। ਅੱਛਾ, 71 ਦੀ ਲੜਾਈ ਹੋਈ ਆ, ਉਸ ਤੋਂ ਬਾਅਦ ਬਹੁਤ ਵੱਡੀ ਲੜਾਈ ਹੋਈ ਜਿਸ ਦੇ ਵਿੱਚ ਪੂਰਬੀ ਪਾਕਿਸਤਾਨ ਜਿਹੜਾ ਆਪਾਂ ਬੰਗਲਾਦੇਸ਼ ਨੂੰ ਕਹਿ ਦਿੱਤਾ ਗਿਆ ਸੀ, ਬੰਗਲਾਦੇਸ਼ ਦੇ ਵਿੱਚ ਰਹਿ ਕੇ ਪਾਕਿਸਤਾਨੀਆਂ ਨੇ ਬੜਾ ਜ਼ੁਲਮ ਕੀਤਾ ਉੱਥੇ ਦੀਆਂ ਧੀਆਂ ਭੈਣਾਂ 'ਤੇ। ਉਹ ਆਪਾਂ ਸਾਰੇ ਜਾਣੂ ਉਸ ਚੀਜ਼ ਤੋਂ। ਤੁਸੀਂ ਉਸ ਚੀਜ਼ ਦੇ ਵਿੱਚ ਵੀ ਤੁਸੀਂ ਦੱਸਿਆ 71 ਦੇ ਵਿੱਚ ਤੁਸੀਂ ਕਿਹੜੀ ਜਗ੍ਹਾ ਦੇ ਵਿੱਚ ਪੋਸਟਿੰਗ ਸੀ ਤੁਹਾਡੀ? 71 ਦੇ ਵਿੱਚ ਜਦੋਂ ਜੰਗ ਲੱਗੀ ਹੈ, ਜੈਸੋਰ, ਕੁਸ਼ਤੀਆ, ਮਗੌਰਾ, ਇਹਨਾਂ ਸਾਈਡਾਂ 'ਤੇ ਅਸੀਂ ਸੀ। ਜਿਹੜੀ ਤੁਸੀਂ ਉਹ ਪਾਕਿਸਤਾਨ ਦੀ ਗੱਲ ਕੀਤੀ ਹੈ, ਉਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਨੇ। ਅਸੀਂ ਉੱਥੇ ਜ਼ਿਆਦਾ ਕਾਮਯਾਬੀ ਲੈਣ ਦਾ ਸਾਡਾ ਇੱਕੋ ਕਾਰਨ ਹੈ ਕਿ ਉੱਥੇ ਦੀ ਮੁਕਤੀ ਬਾਹਿਨੀ
ਜਿਹੜੇ ਉੱਥੇ ਦੇ ਲੋਕ ਸੀ ਜਿਹਨੂੰ ਮੁਕਤੀ ਬਾਨੀ ਕਹਿੰਦੇ ਨੇ, ਉਹ ਸਾਨੂੰ ਆ ਕੇ ਇਨਫੋਰਮੇਸ਼ਨ ਦੇ ਦਿੰਦੇ ਸੀ ਕਿ ਇੱਥੇ ਫਲਾਣੀ ਫੌਜ ਇਸ ਜਗ੍ਹਾ ਤੇ ਬੈਠੀ, ਉਹਨਾਂ ਕੋਲ ਆਏ ਵੈਪਨ ਨੇ, ਇਸ ਜਗ੍ਹਾ ਤੇ ਤੁਸੀਂ ਉਹਨਾਂ ਨੂੰ ਅਟੈਕ ਕਰੋ ਤਾਂ ਉਹ ਸਰੈਂਡਰ ਕਰਨਗੇ। ਕੋਈ ਐਸਾ ਇੱਕ ਵਾਕਿਆ ਹੋਵੇ ਕੈਪਟਨ ਸਾਹਿਬ ਜਿਹੜਾ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਵੀ 71 ਦੀ ਲੜਾਈ ਦਾ, ਕਿਉਂਕਿ ਤੁਸੀਂ ਢਾਕਾ ਵੀ ਤੁਸੀਂ ਸਾਰੀ ਚੀਜ਼ਾਂ ਜਿਹੜੀਆਂ ਅੱਖੀਂ ਦੇਖੀਆਂ ਨੇ, ਕਿਸ ਤਰੀਕੇ ਦੇ ਨਾਲ ਲੁਕਣਾ, ਕਿੱਦਾਂ ਸਟੇ ਕਰਨੀ, ਕਿਵੇਂ ਅਟੈਕ ਕਰਨੇ, ਕਿਵੇਂ ਵੈਰੀ ਨੂੰ ਦੇਖਣਾ ਵੀ ਕਿੱਥੇ ਖੜਾ ਆ, ਇਨਫੋਰਮੇਸ਼ਨ ਮਿਲਣੀ, ਉਹ ਟਾਈਮ ਫਿਰ ਮਾਈਂਡ ਦੇ ਵਿੱਚ ਕੀ ਕੁਛ ਚੱਲ ਰਿਹਾ ਹੁੰਦਾ, ਕੁਛ ਸ਼ੇਅਰ ਕਰੋ। ਉਸ ਟਾਈਮ ਮਾਈਂਡ ਦੇ ਵਿੱਚ ਇੱਕ ਹੁੰਦਾ ਕਿ ਸਾਨੂੰ ਐਗਜ਼ੈਕਟ ਇਨਫੋਰਮੇਸ਼ਨ ਮਿਲੇ ਕਿ ਦੁਸ਼ਮਣ ਦੀ ਸਟਰੈਂਥ ਕੀ ਹੈ, ਉਹਨਾਂ ਕੋਲ ਵੈਪਨ ਕਿਹੜੇ ਨੇ, ਕਿਸ ਪਾਸੇ ਦੀ ਅਸੀਂ ਅਟੈਕ ਕਰੀਏ ਅਸੀਂ ਕਾਮਯਾਬ ਹੋ ਸਕਦੇ ਹਾਂ। ਇਹ ਸਾਰੀ ਇਨਫੋਰਮੇਸ਼ਨ ਲੈਣ ਤੋਂ ਬਾਅਦ ਫਿਰ ਕਾਰਵਾਈ ਕੀਤੀ ਜਾਂਦੀ। ਕੋਈ ਐਸਾ ਇੱਕ ਵਾਕਿਆ ਹੋਵੇ ਵੀ ਜਿਹੜਾ ਤੁਹਾਨੂੰ ਅੱਜ ਵੀ ਯਾਦ ਹੈ 71 ਦੀ ਲੜਾਈ ਦਾ, ਵੀ ਜਦ ਤੁਸੀਂ ਬੰਗਲਾਦੇਸ਼ ਦੇ ਵਿੱਚ ਜਾ ਰਹੇ ਸੀ, ਤੁਹਾਡੇ ਸਾਥੀ ਤੁਹਾਡੇ ਨਾਲ ਸੀ, ਸਾਰੀ ਬਟਾਲੀਅਨ ਨਾਲ ਸੀ, ਕੋਈ ਐਸਾ ਇੱਕ ਵਾਕਿਆ ਹੋਵੇ? ਐਸਾ ਵਾਕਿਆ ਇਹ ਹੈ ਵੀ ਜਦੋਂ ਅਸੀਂ ਜੈਸੋਰ ਤੋਂ ਕੁਸ਼ਤੀਆਬਾਦ ਨੂੰ ਜਾ ਰਹੇ ਸੀ ਤਾਂ ਇੱਕ ਨਦੀ ਦਾ ਪੁਲ ਸੀ, ਉਹ ਪਾਕਿਸਤਾਨ ਨੇ ਉਡਾ ਦਿੱਤਾ। ਅੱਛਾ। ਬਹੁਤ ਜਿਹੜੇ ਲੋਕ ਕ੍ਰੋਸ ਕਰ ਗਏ ਸੀ ਨਹਿਰ ਨੂੰ, ਜਿਹੜਾ ਨੇ ਛਾਲਾਂ ਮਾਰੀਆਂ, ਜਿਹੜਾ ਤੈਰਨ ਜਾਣਦੇ ਸੀ ਉਹ ਤਾਂ ਇੱਧਰ ਪਾਰ ਆ ਗਏ ਹਿੰਦੁਸਤਾਨ, ਮਤਲਬ ਦੂਜੀ ਸਾਈਡ 'ਤੇ। ਉੱਥੇ ਬਹੁਤ ਨੁਕਸਾਨ ਹੋਇਆ ਫੌਜ ਦਾ। ਮੈਂ ਤੁਹਾਨੂੰ ਕੀ ਇੱਕ ਦਰਦਨਾਕ ਗੱਲ ਦੱਸਦਾ ਕਿ ਹਿੰਦੁਸਤਾਨ ਦੇ ਇੱਕ ਲੈਫਟੀਨੈਂਟ ਨੂੰ ਦਰਖਤ ਨਾਲ ਬੰਨ੍ਹ ਕੇ, ਇੱਕ ਲੱਤ ਦਰਖਤ ਨਾਲ ਬੰਨ੍ਹੀ, ਇੱਕ ਲੱਤ ਜੀਪ ਪਿੱਛੇ ਪਾ ਕੇ ਉਹਨੂੰ ਵਿਚਾਲਿਓਂ ਪਾੜ ਦਿੱਤਾ। ਇਹ ਮੇਰੀਆਂ ਅੱਖਾਂ ਦੇਖਣ ਦੀ ਗੱਲ ਹੈ। ਇਹ ਚੀਜ਼ ਤੁਹਾਡੀ ਅੱਖ ਦੇ ਸਾਹਮਣੇ ਹੋਈ ਸੀਗੀ? ਮੇਰੇ ਅੱਖਾਂ ਦੇ ਸਾਹਮਣੇ ਅਸੀਂ ਪੂਰੇ ਪਿੱਛੇ ਸੀ, ਉਹ ਅੱਗੇ ਟੈਂਕ ਦੇ ਵਿੱਚ ਸੀ। ਤਿੰਨ ਟੈਂਕ ਉਹਨਾਂ ਨੇ ਬਲੋਨ ਅਪ ਕਰ ਦਿੱਤੇ। ਪੂਰੀ ਕਰੂ ਜਿਹੜੇ 4 5 ਬੰਦੇ ਇੰਡੀਆ ਦੇ ਸੀ, ਉਹ ਬਲੋਨ ਅਪ ਕਰ ਦਿੱਤੇ ਟੈਂਕ। ਅਤੇ ਉਸ ਲੈਫਟੀਨੈਂਟ ਨੂੰ ਫੜ ਕੇ ਵਿੱਚੋਂ ਚੀਰ ਦਿੱਤਾ। ਇੱਕ ਬਹੁਤ ਹੀ ਦਰਦਨਾਕ ਸੀਨ ਸੀ ਜਿਹੜਾ ਕਿ ਮੈਨੂੰ ਕਦੇ ਵੀ ਭੁਲਾਇਆ ਨਹੀਂ ਭੁੱਲਦਾ। ਮੇਰੇ ਕੈਪਟਨ ਸਾਹਿਬ ਇਸ ਸਮੇਂ ਰੋਂਗਟੇ ਖੜੇ ਹੋ ਰਹੇ ਨੇ ਵੀ ਇਹ ਚੀਜ਼ ਫਿਲਮਾਂ ਦੇ ਵਿੱਚ ਦਰਸ਼ਕੋ ਹੈ ਨਾ, ਕਿੰਨਾ ਸੌਖਾ ਹੁੰਦਾ ਆ ਕਹਿਣਾ ਵੀ ਜੰਗ ਲੱਗ ਜੇ, ਵੀ ਇਹ ਚੀਜ਼ ਜਿਹੜੀ ਆ ਫਿਲਮਾਂ ਦੇ ਵਿੱਚ ਦ੍ਰਿਸ਼ ਦੇਖਦੇ ਹੁੰਦੇ ਸੀ, ਵੀ ਅਸਲ ਦੇ ਵਿੱਚ ਵੀ ਇਹ ਚੀਜ਼ ਜਿਹੜੀ ਆ ਇਹ ਇੰਨਾ ਕੁ ਦਰਦਨਾਕ ਕੰਮ ਕਰ ਦਿੰਦੇ ਹੁੰਦੇ ਨੇ ਵੀ ਫੌਜਾਂ ਜਿਹੜੀਆਂ ਨੇ ਵੀ ਇੰਨਾ ਕੁ ਥੱਲੇ ਗਿਰ ਜਾਂਦੀਆਂ ਨੇ ਵੀ ਬੰਦੇ ਨੂੰ ਬੰਨ੍ਹ ਕੇ ਜੀਪ ਦੇ ਨਾਲ ਅਤੇ ਟੈਂਕ ਦੇ ਨਾਲ ਵਿੱਚੋਂ ਹੀ ਪਾੜਤਾ। ਉਹ ਇਸ ਕਰਕੇ ਕਰਦੇ ਨੇ ਕਿ ਜਿਹੜਾ ਦੇਖੇ ਉਸ ਦਾ ਦਿਲ ਦਹਿਲੇ, ਉਹ ਸਾਡੇ 'ਤੇ ਹਮਲਾ ਕਰਨ ਦੇ ਕਾਬਲ ਨਾ ਰਹੇ। ਇੱਕ ਲੋਕ ਦਹਿਸ਼ਤ ਫੈਲਾਉਣ ਦੇ ਮਾਰੇ। ਇਹ ਤੁਸੀਂ ਦੇਖਦੇ ਹੋ ਇੱਥੇ ਅਗਰ ਕੋਈ ਇਹੋ ਜਿਹਾ ਗਲਤ ਹਰਕਤ ਹੁੰਦੀ ਹੈ, ਉਹ ਲੋਕਾਂ 'ਚ ਦਹਿਸ਼ਤ ਫੈਲਾਉਣ ਵਾਸਤੇ ਤਾਂ ਕਿ ਉਹ ਆਵਾਜ਼ ਬੁਲੰਦ ਨਾ ਕਰ ਸਕਣ, ਇਹ ਉਹ ਤਾਂ ਕਰਦੇ ਨੇ ਤਾਂ ਕਿ ਉਹ ਅੱਗੇ ਫਾਰਵਰਡ ਨਾ ਕਰਨ ਕਿ ਜੇ ਅਸੀਂ ਇੱਥੇ ਅੱਗੇ ਫਾਰਵਰਡ ਅਟੈਕ ਕੀਤਾ ਕਿਤੇ ਸਾਡਾ ਵੀ ਇਹ ਹਸ਼ਰ ਨਾ ਹੋਵੇ। ਉਹ ਇਹੀ ਕਾਰਨ ਹੁੰਦਾ, ਹੋਰ ਕੋਈ ਕਾਰਨ ਨਹੀਂ। ਅੱਛਾ, ਜਦ ਉਹ ਟਾਈਮ ਫਿਰ ਜਦ ਉਹਨਾਂ ਨੂੰ ਬੰਨ੍ਹ ਕੇ ਇਹ ਸਾਰੇ ਜਿਹੜੇ ਵਾਰਦਾਤ ਨੂੰ ਅੰਜਾਮ ਦਿੱਤਾ ਪਾਕਿਸਤਾਨੀ ਫੌਜਾਂ ਨੇ, ਵਿੱਚੋਂ ਚੀਰ ਦਿੱਤਾ, ਜਿਵੇਂ ਤੁਸੀਂ ਦੱਸਦੇ ਵਿੱਚੋਂ ਪਾੜ ਕੇ ਰੱਖਤੀ ਬਾਡੀ, ਬਹੁਤ ਚੀਕ ਚਿੰਗਾੜਾ ਪੈ ਰਿਹਾ ਹੋਊਗਾ ਉਸ ਟਾਈਮ, ਕਿਉਂਕਿ ਅੱਖੀਂ ਚੀਜ਼ਾਂ ਫੀਲ ਕਰ ਅਸੀਂ ਉਦੋਂ ਪਿੱਛੇ ਸੀ। ਇਹ ਸਾਡੇ ਜਾਣ ਤੋਂ ਪਹਿਲਾਂ ਦੀ ਹਾਦਸਾ ਵਾਪਰਿਆ। ਅਸੀਂ ਉੱਥੇ ਜਦੋਂ ਗਏ ਹਾਂ ਤਾਂ ਉੱਥੋਂ ਪਾਕਿਸਤਾਨ ਦੀ ਫੌਜ ਸੀ ਜਿਹੜੀ ਵਿਡਰੋਲ ਕਰਕੇ ਚਲੀ ਗਈ ਸੀ, ਪਰ ਉਹ ਬਾਡੀ ਉੱਥੇ ਸੀ। ਫਿਰ ਉਹ ਟਾਈਮ ਜਦ ਤੁਸੀਂ ਬਾਡੀ ਦੇਖੀ ਆਪਣੇ ਸਾਥੀ ਦੀ, ਲੈਫਟੀਨੈਂਟ ਦੀ, ਵੀ ਇਸ ਹਾਲਤ ਦੇ ਵਿੱਚ ਸਿੱਟ ਕੇ ਗਏ ਹੋਏ ਨੇ, ਇਸ ਜਗ੍ਹਾ ਦੇ ਵਿੱਚ ਸਿੱਟ ਕੇ ਗਏ ਹੋਏ ਨੇ, ਫਿਰ ਮਨ ਦੇ ਵਿੱਚ ਕੀ ਸੀ? ਸਾਡੇ ਮਨ ਦੇ ਵਿੱਚ ਇਹ ਸੀ ਕਿ ਸਾਡਾ ਅਗਰ ਇੱਕ ਮਾਰਿਆ ਤਾਂ ਅਸੀਂ ਉਹਨਾਂ ਦਾ ਮੈਕਸਿਮਮ ਮਾਰਾਂਗੇ, ਮੈਕਸਿਮਮ ਫੌਜ ਉਹਨਾਂ ਦੀ ਤਬਾਹ ਕਰਾਂਗੇ। ਸਾਡੇ ਨਾਲ ਜਿਹੜਾ ਇੰਨਾ ਜ਼ੁਲਮ ਕੀਤਾ ਹੈ, ਅਸੀਂ ਇਸ ਤੋਂ ਵੀ ਵੱਧ ਜ਼ੁਲਮਾਨਾ ਤੌਰ ਦੇ ਉੱਤੇ ਉਤਰ ਆਏ ਸੀ। ਬਹੁਤ ਦਿਲ ਦਲੇਰ ਸੀ ਔਰ ਸਾਡੇ 'ਚ ਇਹ ਸੀ ਵੀ ਅਗਰ ਸਾਨੂੰ ਕੋਈ ਮਿਲ ਜਾਵੇ ਤਾਂ ਉਸ ਦਾ ਵੀ ਇਹੋ ਜਿਹਾ ਹਸ਼ਰ ਕਰਾਂਗੇ। ਅੱਛਾ, ਜੇ ਸੈਨਾ ਦਾ ਕਿੰਨਾ ਕੁ, ਜਿਵੇਂ ਰੂਸ ਨੇ ਵੀ ਬਹੁਤ ਸਾਥ ਦਿੱਤਾ ਸੀ 71 ਦੀ ਲੜਾਈ ਦੇ ਵਿੱਚ, ਆਪਣੀ ਸੈਨਾ ਭੇਜੀ ਸੀ ਉਸਨੇ ਵੀ, ਜਿਹੜੇ ਆ ਨੇਵਲ ਜਿਹੜੇ ਉਹਨਾਂ ਦੇ ਸੀਗੇ ਸ਼ਿਪਸ, ਉਹਨਾਂ ਨੇ ਭੇਜੇ ਸੀਗੇ। ਇੱਧਰੋਂ ਆਪਣਾ ਵਿਕਰਾਂਤ ਵੀ ਤਿਆਰ ਸੀਗਾ, ਕਿਉਂਕਿ ਕਾਫੀ ਚੀਜ਼ ਜਿਹੜੀ ਸਬਮਰੀਨ ਜਿਹੜੀ ਸੀ ਪਾਕਿਸਤਾਨ ਦੀ ਵੀ ਡੁਬਾ ਦਿੱਤੀ ਗਈ ਸੀਗੀ। ਹੋਰ ਵੀ ਜਿਹੜੇ ਅਟੈਕ ਸੀ, ਕਿਉਂਕਿ ਉਹਨਾਂ ਨੂੰ ਸਪੋਰਟ ਜਿਹੜੀ ਸੀ ਬਾਈ ਜਿਹੜੀ ਵਾਟਰ ਹੀ ਆ ਰਹੀ ਸੀਗੀ, ਜਿਹੜਾ ਓਸ਼ੀਅਨਸ ਦੇ ਵਿੱਚੋਂ ਜਿਹੜਾ ਜਿੰਨੇ ਵੀ ਸਪੋਰਟ ਹੋ ਸਕਦੀ ਸੀ, ਕਿਉਂਕਿ ਲੈਂਡ ਤੋਂ ਤਾਂ ਸੰਭਵ ਨਹੀਂ ਸੀਗੀ। ਫਿਰ ਉਹ ਟਾਈਮ ਕੋਈ ਐਸੀ ਚੀਜ਼ ਹੋਵੇ ਵੀ ਜਿਹੜੀ ਤੁਹਾਨੂੰ ਯਾਦ ਹੈ ਵੀ ਜਾਂ ਤੁਸੀਂ ਅਟੈਕ ਕਰ ਰਹੇ ਹੋਵੋਗੇ, ਉਹ ਚੀਜ਼ ਤੁਸੀਂ ਭੁੱਲ ਹੀ ਨਹੀਂ ਸਕਦੇ ਵੀ ਇੱਕ ਚੀਜ਼ ਮੈਂ ਐਸੀ ਚੰਗੀ ਕੀਤੀ ਸੀ? ਨਹੀਂ, ਇਹ ਤਾਂ ਮੈਂ ਤੁਹਾਨੂੰ ਸੀ ਲੈਫਟੀਨੈਂਟ ਦੀ ਡੈੱਡ ਬੋਡੀ ਦੇਖ ਕੇ ਮੈਨੂੰ ਯਾਦ ਆਉਂਦੀ ਹੈ, ਭੁੱਲ ਨਹੀਂ ਸਕਦਾ। ਕਿਉਂਕਿ ਜਿਹੜੀ ਨੇਵੀ ਹੁੰਦੀ ਹੈ ਇਹ ਸਿਰਫ ਸਮੁੰਦਰ ਦੇ ਪਾਣੀ ਦੇ ਰਸਤੇ ਹੀ ਰਹਿੰਦੀ ਹੈ, ਸਾਤੋਂ ਬਹੁਤ ਦੂਰ ਹੁੰਦੇ ਨੇ। ਕੋਈ ਕੰਟੈਕਟ ਉਹਦੇ ਵਾਸਤੇ ਸਾਡਾ ਇੰਨਾ ਮਤਲਬ ਲੋਅਰ ਲੈਵਲ 'ਤੇ ਕੋਈ ਕੰਟੈਕਟ ਨਹੀਂ ਹੁੰਦਾ, ਹਾਈ ਓਫੀਸ਼ੀਅਲ 'ਤੇ ਕੰਟੈਕਟ ਹੁੰਦਾ, ਉਹ ਫਿਰ ਇਨਫੋਰਮੇਸ਼ਨ ਦਿੰਦੇ। ਅੱਛਾ, ਆਮ ਤੌਰ 'ਤੇ ਜਿਵੇਂ ਹੁਣ ਸਾਹਮਣੇ ਮੰਨ ਲਓ ਲੜਾਈਆਂ ਲੱਗੀਆਂ ਹੋਈਆਂ ਨੇ,
ਕੋਈ ਤੁਹਾਡੇ ਭਰਾ ਫੱਟੜ ਵੀ ਹੋਏ ਹੋਣਗੇ ਵੀ ਉਸ ਹੱਦ ਤੱਕ ਮਤਲਬ ਕਿ ਫੱਟੜ ਨਹੀਂ ਪਰ ਗੋਲੀਆਂ ਲੱਗੀਆਂ ਹੋਣਗੀਆਂ ਠੀਕ ਨੇ ਪਰ ਤੁਹਾਡੇ ਨਾਲ ਤੁਰਦੇ ਫਿਰਦੇ ਜਾਂ ਤੁਸੀਂ ਅਟੈਕ ਕਰ ਰਹੇ ਸੀਗੇ ਫਿਰ ਉਹ ਟਾਈਮ ਦੇ ਵਿੱਚ ਗੱਲਬਾਤ ਕੀ ਹੁੰਦੀ ਆਪਸ ਦੇ ਵਿੱਚ ਜਿਵੇਂ ਹੁਣ ਆਪਾਂ 4 ਜਣੇ ਬੈਠੇ ਆ 5 ਜਣੇ ਬੈਠੇ ਆ ਆਪਾਂ ਕੁਝ ਤਰੀਕੇ ਦੀ ਗੱਲਾਂ ਕਰਾਂਗੇ ਵੀ ਜਦ ਜੰਗ ਲੱਗੀ ਹੋਈ ਹੈ ਫਿਰ ਆਪਸ ਦੇ ਵਿੱਚ ਤੁਹਾਡੇ ਵਿੱਚ ਕੀ ਗੱਲਾਂ ਬਾਤਾਂ ਚੱਲਦੀਆਂ ਹੁੰਦੀਆਂ ਨੇ ਆਪਸ 'ਚ ਗੱਲਾਂ ਇਹੀ ਚੱਲਦੀਆਂ ਨੇ ਕਿ ਆਪਣੇ ਆਪ ਨੂੰ ਬਚਾਓ ਦੁਸ਼ਮਣ ਨੂੰ ਮਾਰੋ ਜਿਸ ਤਰ੍ਹਾਂ ਆਪਣੀ ਕਿਸੇ ਨਾਲ ਖਹਿਬਾਜ਼ੀ ਹੋਵੇ ਇੱਥੇ ਪੰਜਾਬ 'ਚ ਵੀ ਹੋਵੇ ਤਾਂ ਆਪਣੇ ਮਨ 'ਚ ਇਹੀ ਹੁੰਦਾ ਕਿ ਇਹਨੂੰ ਛੱਡਣਾ ਨਹੀਂ ਹਾਂ ਇਹੀ ਉੱਥੇ ਫੌਜ 'ਚ ਹੁੰਦਾ ਜੇ ਉਹ ਜ਼ਿਆਦਤੀ ਕਰਦੇ ਨੇ ਤਾਂ ਫਿਰ ਉਸ ਦਾ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਪੈਂਦਾ। ਇਹ ਕਿੰਨਾ ਕੁ ਚਿਰ ਚੱਲੀ ਸੀ ਜਿਹੜੀ 71 ਦੀ ਲੜਾਈ ਸੀ ਜਿਵੇਂ ਤੁਸੀਂ ਢਾਕਾ ਦੇ ਵਿੱਚ ਉਹ ਸਾਰੇ ਚੀਜ਼ਾਂ ਹਾਇਰ ਕਰਨੀਆਂ ਆਕੂਪਾਈ ਕਰਨੀਆਂ ਹੈ ਨਾ ਕਿੰਨਾ ਟਾਈਮ ਲੰਮੀ ਚੱਲੀ ਸੀ ਲੜਾਈ ਇਹ ਤਕਰੀਬਨ 10 ਤੋਂ 12 ਦਿਨ ਦੇ ਕਰੀਬ ਹੀ ਚੱਲੀ ਸੀ ਬਹੁਤ ਜ਼ਿਆਦਾ ਲੰਬੀ ਨਹੀਂ ਚੱਲੀ ਹੈ 10 ਤੋਂ 12 ਦਿਨ ਲੱਗ ਗਏ ਹਾਂ ਪਰ 10 ਤੋਂ 12 ਦਿਨ ਵੀ ਉਹ ਮੈਨੂੰ ਲੱਗਦਾ ਅੱਜ ਦੇ ਜੇ ਮੈਂ ਕਹਿ ਸਕਦਾ ਤਾਂ 1 ਮਹੀਨੇ 1.5 ਮਹੀਨੇ ਵਰਗੇ ਹੋਣਗੇ। ਬਿਲਕੁਲ ਜੀ ਬਿਲਕੁਲ ਉਹ ਤਾਂ ਤੁਹਾਨੂੰ ਪਤਾ ਹੈ ਗੋਲੀਆਂ ਵਰਦੀਆਂ ਦੇ ਵਿੱਚ ਤਾਂ ਬੜਾ ਮੁਸ਼ਕਿਲ ਹੋ ਜਾਂਦਾ ਹੈ ਟਾਈਮ ਨਹੀਂ ਪਾਸ ਹੁੰਦਾ ਸਿਰਫ ਅਸੀਂ ਇਹੀ ਦੇਖਦੇ ਸੀ ਉੱਥੇ ਜਜਮੈਂਟ ਇਹ ਹੋ ਜਾਂਦੀ ਹੈ ਜਦੋਂ ਜੰਗੇ ਮੈਦਾਨ 'ਚ ਰਹਿੰਦੇ ਹਾਂ ਜੇਕਰ ਕੋਈ ਏਅਰ ਬਾਈ ਏਅਰ ਆਉਂਦਾ ਹੈ ਗੋਲਾ ਸਿੱਟਦੀ ਹੈ ਤੋਪ ਤਾਂ ਜੇ ਤੁਸੀਂ ਸਾਇਲੈਂਟ ਬੈਠੇ ਹੋ ਉਸ ਦੀ ਆਵਾਜ਼ ਪਤਾ ਲੱਗ ਜਾਂਦਾ ਹੈ ਕਿ ਗੋਲਾ ਇੱਥੇ ਡਿੱਗੇਗਾ ਜਾਂ ਅੱਗੇ ਡਿੱਗੇਗਾ। ਅੱਛਾ ਉਹ ਜਜਮੈਂਟ ਹੋ ਜਾਂਦੀ ਹੈ ਜਜਮੈਂਟ ਹੋ ਜਾਂਦੀ ਹੈ ਅੱਛਾ ਹਾਂ ਯਾਨੀ ਕਿ ਜੇ ਬਾਈ ਏਅਰ ਕਿਸੇ ਨੇ ਗੋਲਾ ਸਿੱਟ ਰਿਹਾ ਤਾਂ ਜਿਹੜੀ ਆਵਾਜ਼ ਹੋਊਗੀ ਉਹਦਾ ਤੁਹਾਨੂੰ ਪਤਾ ਲੱਗ ਜਾਂਦਾ ਹੈ। ਆਵਾਜ਼ ਜਿਹੜੀਆਂ ਹੁਣ ਤੋਪਾਂ ਨੇ ਬੜੀਆਂ ਤੋਪਾਂ ਜਿਨ੍ਹਾਂ ਦਾ 30 ਕਿਲੋਮੀਟਰ ਰੇਂਜ ਹੈ ਉਹ ਗੋਲਾ ਸੁੱਟਦੇ ਨੇ ਤਾਂ ਉਹਦੀ ਜਿਹੜੀ ਆਵਾਜ਼ ਹੈ ਸੂੰ ਦੀ ਆਵਾਜ਼ ਆਉਂਦੀ ਹੈ ਆ ਕੇ ਜੇ ਸਾਇਲੈਂਟ ਬਿਲਕੁਲ ਸ਼ਾਂਤ ਬੈਠੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਗੋਲਾ ਆ ਰਿਹਾ ਹੈ ਇੱਥੇ ਨਜ਼ਦੀਕ ਡਿੱਗੇਗਾ ਜਾਂ ਦੂਰ ਡਿੱਗੇਗਾ ਫਿਰ ਬੰਦਾ ਉਸ ਤਰ੍ਹਾਂ ਹੀ ਬਚਾਓ ਕਰ ਲੈਂਦਾ। ਹੋਇਆ ਤੁਹਾਡੇ ਨਾਲ ਵੀ ਕੋਈ ਤੁਹਾਡੇ ਨਜ਼ਦੀਕ ਗਿਰਿਆ ਹੋਵੇ? ਗਿਰਿਆ ਬਹੁਤ ਡਿੱਗੇ ਨੇ ਗੋਲੇ। ਅੱਛਾ ਫਿਰ ਪੋਜੀਸ਼ਨ ਲੈ ਲਈਦੀ ਸੀ ਕਦੇ ਮੋਰਚੇ ਛਾਲ ਮਾਰਨੀ ਕਦੇ ਲਾਈਂਗ ਪੋਜੀਸ਼ਨ ਹੋ ਜਾਣਾ ਕਦੇ ਕਿਵੇਂ ਆਪਣੇ ਆਪ ਨੂੰ ਬਚਾਉਣ ਵਾਸਤੇ ਹਰ ਹੀਲਾ ਵਸੀਲਾ ਇਸਤੇਮਾਲ ਕਰਦੇ ਆ। ਉਹ ਟਾਈਮ ਫਿਰ ਰੁਕਦੇ ਕਿੱਥੇ ਹੁੰਦੇ ਸੀਗੇ ਕਿਉਂਕਿ ਜਦ ਤੁਸੀਂ ਬੰਗਲਾਦੇਸ਼ ਦੇ ਵਿੱਚ ਐਂਟਰ ਕਰ ਗਏ ਉੱਥੇ ਦੀਆਂ ਚੀਜ਼ਾਂ ਆਕੂਪਾਇਰ ਕਰਨੀਆਂ ਸੀ ਆਕੂਪਾਈ ਸਾਰਾ ਕੁਝ ਦੇਖਣਾ ਹਾਇਰ ਕਰਨੀਆਂ ਸੀਗੀਆਂ ਫਿਰ ਰੁਕਦੇ ਕਿੱਥੇ ਹੁੰਦੇ ਸੀਗੇ? ਰੁਕਦੇ ਅਸੀਂ ਕਿਤੇ ਨਹੀਂ ਸੀ ਜਿੱਥੇ ਕਿਤੇ ਮੋਰਚਾ ਲੱਗ ਗਿਆ ਜਿੰਨੀ ਦੇਰ ਤੱਕ ਅਸੀਂ ਉਹ ਦੁਸ਼ਮਣ ਨੂੰ ਫਤਿਹ ਨਹੀਂ ਸੀ ਕਰਦੇ ਉਹਨਾਂ ਚਿਰ ਉਸੇ ਪੋਜੀਸ਼ਨ ਤੇ ਰਹਿੰਦੇ ਸੀ ਤੇ ਵੱਡੇ ਆਪਣੇ ਮੋਰਚੇ ਬਣਾ ਕੇ ਗਨਜ਼ ਉੱਥੇ ਫਿੱਟ ਕਰੀ ਦੀਆਂ ਸੀ LMGਆਂ ਫਿੱਟ ਕਰੀ ਦੀ ਸੀ ਵੱਡੀਆਂ ਉਹ ਸਾਰਾ ਕੁਝ ਕਰਦੇ ਸੀ। ਤੇ ਕੈਪਟਨ ਸਾਹਿਬ ਜਿਵੇਂ ਹੁਣ ਲੜਾਈ ਲੱਗ ਰਹੀ ਹੈ ਨੀਂਦ ਬਹੁਤ ਵੱਡੀ ਚੀਜ਼ ਹੈ ਕਦੇ ਅੱਖ ਨਹੀਂ ਸੀ ਲੱਗਦੀ ਵੀ ਚੱਲ 1-2 ਘੜੀ ਹੁਣ ਮੈਂ ਸੌ ਲੈਣਾ ਤੂੰ ਮੇਰੀ ਧਿਆਨ ਰੱਖੀ? ਉਹਦੇ 'ਚ ਜਿਵੇਂ ਸਿਆਣੇ ਕਹਿੰਦੇ ਨੇ ਕਿ ਜਿਹੜੀ ਨੀਂਦ ਆ ਉਹ ਤਾਂ ਸੂਲੀ ਤੇ ਵੀ ਆ ਜਾਂਦੀ ਹੈ। ਬਿਲਕੁਲ ਸਿਆਣਿਆਂ ਦੀਆਂ ਕਹਾਵਤਾਂ ਸੱਚੀਆਂ ਨੇ ਨੀਂਦ ਜ਼ਰੂਰ ਆਉਂਦੀ ਸੀ ਪਰ ਉਹ ਅੱਖ ਵਿੱਚ ਚੱਕੀ ਹੁੰਦੀ ਸੀ ਅੱਛੀ ਤਰ੍ਹਾਂ ਸੌਣ ਨੂੰ ਟਾਈਮ ਹੀ ਨਹੀਂ ਸੀ ਮਿਲਦਾ ਕਿਉਂਕਿ ਬੰਬਾਰਮੈਂਟ ਹੁੰਦੀ ਰਹਿੰਦੀ ਸੀ ਕਦੇ ਐਡਵਾਂਸ ਵਾਸਤੇ ਕਹਿਣਾ ਕਦੇ ਰਿਟਾਇਰਮੈਂਟ ਵਾਸਤੇ ਕਹਿ ਦੇਣਾ ਇਸ ਤਰੀਕੇ ਨਾਲ ਹਿਲਜੁਲ ਹੁੰਦੀ ਰਹਿੰਦੀ ਸੀ ਫਿਰ ਆਦਮੀ ਉਸ ਤਰ੍ਹਾਂ ਦਾ ਹੀ ਹੋ ਜਾਂਦਾ ਹੈ ਹੈਬਚੁਅਲ ਹੋ ਜਾਂਦਾ ਫਿਰ ਉਸ ਚੀਜ਼ ਆਦੀ ਹੋ ਜਾਂਦਾ। ਖਾਣ ਪੀਣ ਨੂੰ ਕੀ ਹੁੰਦਾ ਉੱਥੇ ਫਿਰ ਜਿਹੜਾ ਆਰਮੀ ਦੇ ਵਿੱਚ ਦੇਖਿਆ ਜਾਵੇ ਯਾਰ ਅਟੈਕ ਹੋ ਰਹੇ ਹੁੰਦੇ? ਖਾਣ ਪੀਣ ਵਾਸਤੇ ਲੰਗਰ ਨਾਲ ਹੁੰਦਾ ਹੈ। ਅੱਛਾ ਪੋਜੀਸ਼ਨ ਦੱਸੀ ਜਾਂਦੀ ਹੈ ਜਿਹੜਾ ਲੰਗਰ ਹੁੰਦਾ ਹੈ ਉਹ ਕਾਫੀ ਪਿੱਛੇ ਹੁੰਦਾ ਜਿੱਥੇ ਲੰਗਰ ਪ੍ਰਪੇਅਰ ਕਰਦੇ ਨੇ ਪ੍ਰਪੇਅਰ ਕਰਕੇ ਲੈ ਕੇ ਡਿਸਟਰੀਬਿਊਟ ਕਰਦੇ ਨੇ। ਅੱਛਾ ਉਹਦੇ 'ਚ ਕਈ ਦਫਾ ਜੇ ਉੱਥੇ ਪੋਜੀਸ਼ਨ ਤੇ ਉਸ ਯੂਨਿਟ ਨਹੀਂ ਮਿਲਦੀ ਅੱਗੇ ਪਿੱਛੇ ਹੁੰਦੇ ਆ ਤਾਂ ਉਹ ਲੰਗਰ ਨੂੰ ਫਿਰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਕਿ ਅਸੀਂ ਫਲਾਣੇ ਰੈਫਰੈਂਸ 'ਤੇ ਹਾਂ ਤੁਸੀਂ ਉੱਥੇ ਆ ਜਾਓ। ਅੱਛਾ ਫਿਰ ਉੱਥੇ ਪਹੁੰਚ ਜਾਂਦੇ ਨੇ? ਉੱਥੇ ਉਹ ਪਹੁੰਚ ਜਾਂਦੇ ਨੇ। 10 ਦਿਨ ਲੰਬੀ ਲੜਾਈ ਲੱਗੀ ਸੀਗੀ ਜਦ ਜਿੱਤ ਹਾਸਲ ਕੀਤੀ ਆਖਰ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਉੱਤੇ ਇੱਕ ਬਹੁਤ ਵੱਡੀ ਜਿੱਤ ਸੀ ਆਖਰੀ ਲੜਾਈ ਦੀ ਜਿੱਤ ਸੀ। ਉਸ ਤੋਂ ਬਾਅਦ ਫਿਰ ਜਦ ਘਰਾਂ ਨੂੰ ਵਾਪਸ ਪਰਤ ਰਹੇ ਸੀਗੇ ਕਾਫੀ ਸ਼ਹਾਦਤਾਂ ਵੀ ਹੋ ਗਈਆਂ ਤੁਹਾਡੇ ਨਾਲ ਕਾਫੀ ਤੁਸੀਂ ਜਿਹੜੇ ਆਪਾਂ ਕਹਿ ਸਕਦੇ ਕ੍ਰੇਟਸ ਦੇ ਵਿੱਚ ਜਿਹੜੇ ਆਪਣੀ ਬੋਡੀਜ਼ ਹੁੰਦੀਆਂ ਨੇ ਸ਼ਹਾਦਤਾਂ ਵਾਲੇ ਜਿਹੜੇ ਵੀਰ ਸੂਰਵੀਰ ਜਿਹੜੇ ਸ਼ਹਾਦਤਾਂ ਪ੍ਰਾਪਤ ਕਰ ਗਏ ਉਹ ਵੀ ਤੁਹਾਡੇ ਨਾਲ ਜਾ ਰਹੇ ਹੋਣਗੇ ਉਸ ਟਾਈਮ ਫਿਰ ਕੀ ਉਹ ਹੌਸਲੇ ਹੁੰਦੇ ਨੇ ਮਨਾਂ ਦੇ ਵਿੱਚ? ਜਿਹੜੇ ਸ਼ਹਾਦਤ ਪ੍ਰਾਪਤ ਕਰ ਜਾਂਦੇ ਨੇ ਉਹਨਾਂ ਦਾ ਤਾਂ ਸੰਸਕਾਰ ਫਿਰ ਉੱਥੇ ਹੀ ਕਰ ਦਿੱਤਾ ਜਾਂਦਾ ਹੈ ਉਹਨੂੰ ਨਾਲ ਤਾਂ ਲੈ ਕੇ ਨਹੀਂ ਆ ਸਕਦੇ। ਅੱਛਾ ਉੱਥੇ ਜਿੱਥੇ ਸ਼ਹਾਦਤ ਉਹਨੇ ਕੀਤੀ ਉੱਥੇ ਜਿਹੜਾ ਮਿਲ ਗਿਆ ਜੇ ਸਾਡਾ ਐਡਵਾਂਸ ਨਹੀਂ ਹੋਇਆ ਤਾਂ ਉਹਦਾ ਸੰਸਕਾਰ ਕਰਤਾ ਅਗਰ ਐਡਵਾਂਸ ਹੋ ਗਿਆ ਫਿਰ ਉਹ ਬੋਡੀ ਦਾ ਕੋਈ ਸੰਸਕਾਰ ਵੀ ਨਹੀਂ ਕਰਦਾ ਤਾਂ ਉਸ ਦਾ ਫਿਰ ਪਤਾ ਵੀ ਨਹੀਂ ਲੱਗਦਾ ਕਿ ਉਹ ਹੈ ਕਿੱਥੇ ਉਹ ਉੱਥੇ ਪਈ ਰਹਿੰਦੀ ਹੈ ਕਿਉਂਕਿ ਚੱਕਣ ਨਹੀਂ ਦਿੰਦਾ ਦੁਸ਼ਮਣ ਫਿਰ ਉੱਥੋਂ ਉਸ ਚੀਜ਼ ਨੂੰ ਦੇਖ ਕੇ ਆਉਣਾ ਪੈਂਦਾ ਵਿਡਰੋਲ ਕਰ ਗਏ ਜਾਂ ਐਡਵਾਂਸ ਕਰ ਗਏ ਦੁਸ਼ਮਣ ਦਾ ਜ਼ਿਆਦਾ ਜ਼ੋਰ ਪੈ ਗਿਆ। ਹੁਣ ਇੱਥੇ ਇੱਕ ਚੀਜ਼ ਪਈ ਹੈ ਇੱਥੇ ਦੁਸ਼ਮਣ ਕਾਬਜ਼ ਹੈ ਆਪਣਾ ਆਦਮੀ ਚੱਕ ਨਹੀਂ ਸਕਦਾ। ਹਾਂ ਬਸ ਇਸ ਤਰ੍ਹਾਂ
ਹਾਂਜੀ ਕਿਵੇਂ ਚੱਕਣਾ ਇਹ ਦੋ ਗੱਲਾਂ? ਤੇ ਜਿਹੜੇ ਦਿਨਾਂ ਦੀ ਤੁਸੀਂ ਗੱਲ ਕੀਤੀ ਹੈ, ਇਹ ਐਕਚੁਅਲ ਦਿਨਾਂ ਦੇ ਬਾਰੇ 'ਚ ਮੈਂ ਤੁਹਾਨੂੰ ਨਹੀਂ ਦੱਸ ਸਕਦਾ ਕਿ ਕਿੰਨੇ ਦਿਨ ਲੜਾਈ ਲੱਗੀ ਸੀ। ਅੱਛਾ। ਹਾਂ, ਐਕਚੁਅਲ ਦਿਨ ਮੈਨੂੰ ਹੁਣ ਯਾਦ ਨਹੀਂ ਹੈਗੇ, ਪਰ ਅੰਦਾਜ਼ਾ ਕੁਝ ਇੰਨਾ ਕੁ ਸੀ। ਅੰਦਾਜ਼ਾ ਇੰਨਾ ਕੁ ਸੀ। ਫਿਰ ਜਦ ਵਾਪਸ ਆ ਰਹੇ ਸੀ ਕੈਪਟਨ ਸਾਹਿਬ, ਤੁਸੀਂ ਜਿੱਤ ਹਾਸਲ ਹੋ ਗਈ, ਫਿਰ ਉਹ ਟਾਈਮ ਮਨਾਂ ਦੇ ਵਿੱਚ ਹੌਸਲੇ ਕਿੱਡੇ ਸੀ, ਕਿੰਨੀ ਕੁ ਦਲੇਰੀ ਸੀ? ਹੌਸਲੇ ਬੁਲੰਦ, ਇਹੀ ਸੋਚਦੇ ਸੀ ਕਿ ਹੁਣ ਅਸੀਂ ਚੱਲੇ ਹਾਂ, ਯੂਨਿਟ ਸਾਡੀ ਬੜੀ ਖੁਸ਼ਨਸੀਬ ਹੈ ਜਿਹੜੀ ਕਿ ਵਾਪਸ ਜਾ ਰਹੀ ਹੈ, ਔਰ ਸਾਡੇ ਮਨਾਂ ਦੇ ਵਿੱਚ ਇਹ ਸੀ ਕਿ ਅਸੀਂ ਵਾਪਸ ਜਾ ਕੇ ਆਪਣੇ ਪਰਿਵਾਰਾਂ ਨੂੰ ਮਿਲਾਂਗੇ, ਰਿਸ਼ਤੇਦਾਰ ਤੇ ਦੋਸਤ ਮਿੱਤਰਾਂ ਨੂੰ ਮਿਲਾਂਗੇ ਤੇ ਬੜੇ ਫਖਰ ਨਾਲ ਕਵਾਂਗੇ ਕਿ ਅਸੀਂ ਜੰਗੇ ਮੈਦਾਨ ਦੇ ਵਿੱਚੋਂ ਫਤਿਹ ਹਾਸਲ ਕਰਕੇ ਆਏ। ਕੀ ਬਾਤ ਹੈ, ਕੀ ਬਾਤ। ਆਖਰੀ ਸਵਾਲ ਹੋਊਗਾ, ਕਦੇ ਐਂ ਤਾਂ ਨਹੀਂ ਹੋਇਆ ਕੈਪਟਨ ਸਾਹਿਬ ਵੀ ਜਿਵੇਂ ਆਪਾਂ ਕਈ ਵਾਰ ਬੰਦਾ ਅੱਕ ਜਾਂਦਾ ਇੱਕ ਚੀਜ਼ ਤੋਂ, ਲੜਾਈ ਲੱਗ ਗਈ, ਲੜਾਈ ਲੜਨਾ ਬਹੁਤ ਵੱਡੀ ਗੱਲ ਹੈ, ਜਾਂ ਤਾਂ ਆਰ ਜਾਂ ਪਾਰ ਵਾਲੀ ਗੱਲ ਹੁੰਦੀ ਹੈ, ਜਾਂ ਮਰ ਜਾਾਂਗੇ ਜਾਂ ਵਾਪਸ ਆਵਾਂਗੇ, ਵੀ ਕਦੇ ਐਂ ਤਾਂ ਨਹੀਂ ਹੋਇਆ ਫਿਰ ਵਾਪਸ ਜਦ ਆ ਰਹੇ ਸੀ ਜੰਗ ਤੋਂ, ਕਦੇ ਐਂ ਤਾਂ ਨਹੀਂ ਹੋਇਆ ਵੀ ਜੇ ਹੁਣ ਦੁਬਾਰਾ ਜੰਗ ਲੱਗੀ ਮੈਂ ਨਹੀਂ ਜਾਂਦਾ? ਨਹੀਂ ਨਹੀਂ, ਕਦੇ ਵੀ ਨਹੀਂ। ਬਲਕਿ ਜੰਗੇ ਮੈਦਾਨ 'ਚ ਜਾ ਕੇ ਜੰਗ ਦਾ ਤਜਰਬਾ ਹੋ ਜਾਂਦਾ ਕਿ ਕਿਸ ਤਰੀਕੇ ਦੇ ਨਾਲ ਲੜਾਈ ਲੜਨੀ ਹੈ। ਹੁਣ ਇੱਕ ਨਵਾਂ ਬੰਦਾ ਹੈ, ਉਹ ਕਿਸੇ ਕੰਮ 'ਚ ਨਹੀਂ ਪੈਂਦਾ, ਉਹਨੂੰ ਤਜਰਬਾ ਨਹੀਂ ਹੁੰਦਾ। ਜਦੋਂ ਉਹ ਕਿਸੇ ਕੰਮ 'ਚ ਪੈ ਜਾਂਦਾ ਤਾਂ ਉਸ ਨੂੰ ਤਜਰਬਾ ਹੋ ਜਾਂਦਾ। ਸਾਨੂੰ ਜੰਗੇ ਮੈਦਾਨ ਦਾ ਤਜਰਬਾ ਸੀ, ਅਸੀਂ ਕਦੇ ਮਨ 'ਚ ਨਹੀਂ ਸੀ ਸੋਚਿਆ। ਅਸੀਂ ਸੋਚਦੇ ਸੀ ਜੇ ਲੜਾਈ ਹੁਣ ਵੀ ਲੱਗੂ ਤਾਂ ਹੁਣ ਵੀ ਜਾਵਾਂਗੇ। ਔਰ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਕਿ ਅਗਰ ਦੇਸ਼ ਦੇ ਉੱਤੇ ਹੁਣ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਕੈਪਟਨ ਜਰਨੈਲ ਸਿੰਘ ਇਸ ਵੇਲੇ ਵੀ ਜੰਗੇ ਮੈਦਾਨ ਵਿੱਚ ਜਾਣ ਵਾਸਤੇ ਬਿਲਕੁਲ ਤਿਆਰ ਬੈਠਾ ਹੈ। ਕੀ ਬਾਤ ਹੈ, ਕੀ ਬਾਤ ਹੈ। ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਤੇ ਮੈਂ ਉਮੀਦ ਕਰਦਾ ਤੁਸੀਂ ਜਲਦ ਤੋਂ ਜਲਦ ਠੀਕ ਹੋਵੋ, ਹੁਣ ਦੁਬਾਰਾ ਰਿਕਵਰ ਹੋਵੇ। ਪ੍ਰੋਬਲਮ ਦਿੱਕਤ ਕੀ ਆਈ ਹੈ? ਮੈਨੂੰ ਇੱਕ ਤਾਂ ਸਿਰ ਬੜਾ ਚਕਰਾਉਂਦਾ, ਦੂਏ ਸਾਹ ਬੜਾ ਚੜ੍ਹਦਾ, ਤੁਰ ਨਹੀਂ ਹੁੰਦਾ, ਪੈਰ ਅੰਡਰ ਫੀਟ ਬਰਨਿੰਗ ਬਹੁਤ ਜ਼ਿਆਦਾ ਹੈ। ਮੈਂ ਇੱਕ ਕਿਸਮ ਦੀ ਕਹਿਣਾ ਵੀ ਮਾੜਾ ਟੱਗਾ ਤੇ 36 ਰੋਗ। ਇਹ ਹੈ ਬਸ। ਹੁਣ ਤਾਂ ਉਮਰ ਕਿੰਨੀ ਹੋ ਗਈ ਆਪਣੀ? ਉਮਰ ਮੇਰੀ 85 ਸਾਲ। 85 ਸਾਲ ਦੀ? 85 ਈਅਰਸ ਚੱਲ ਰਿਹਾ ਇਹ ਹੁਣ। ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਪਰਿਵਾਰ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਕਿ ਮੇਰਾ ਇੱਕ ਬੇਟਾ, ਇੱਕ ਮੇਰੀ ਨੂੰਹ, ਇੱਕ ਮੇਰਾ ਪੋਤਾ, ਇੱਕ ਪੜੋਤਾ, ਇੱਕ ਮੇਰੀ ਪੋਤ ਨੂੰ। ਕੀ ਬਾਤ, ਕਾਫੀ ਸੌਖਾ ਨਾਲ ਵੱਡਾ ਪਰਿਵਾਰ ਹੈ। ਤੇ ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ, ਕਿਉਂਕਿ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਮੈਂ ਜਦ ਤੁਸੀਂ ਗੱਲ ਕਰ ਰਹੇ ਸੀ ਕੱਲੀ ਕੱਲੀ ਚੀਜ਼ ਨਾ ਮੈਂ ਫੀਲ ਕਰ ਰਿਹਾ ਸੀਗਾ, ਕਿਉਂਕਿ ਮੈਂ ਦੇਖੀਆਂ ਤਾਂ ਨਹੀਂ ਪਰ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਉਸ ਟਾਈਮ ਜਦ ਤੁਸੀਂ ਜੰਗੇ ਮੈਦਾਨ ਦੇ ਵਿੱਚ ਲੜ ਰਹੇ ਹੋਵੋਗੇ ਤਾਂ ਕਿੱਦਾਂ ਦਾ ਤੁਹਾਡਾ ਜਿਗਰਾ ਹੋਊਗਾ, ਕਿੰਨੀ ਕੁ ਦਲੇਰੀ ਹੁੰਦੀ ਹੋਊਗੀ, ਵੀ ਕੀ ਮਨ ਦੇ ਵਿੱਚ ਤੁਹਾਡੇ ਖਿਆਲਾਤ ਚੱਲਦੇ ਹੋਣਗੇ। ਕਿਉਂਕਿ ਆਮ ਤੌਰ 'ਤੇ ਜਿਵੇਂ ਸਾਡੇ ਵਰਗਾ ਯੂਥ ਹੈ, ਸਾਡੇ ਵਰਗੀ ਉਮਰ ਵਾਲਿਆਂ ਨੂੰ ਥੋੜ੍ਹਾ ਜਿਹਾ ਉਬਾਲ ਵੱਧ ਹੁੰਦਾ, ਖੂਨ ਜਾਂ ਛੇਤੀ ਗਰਮਾਹਟ ਵੱਧ ਹੁੰਦੀ ਹੈ ਸਾਡੀ ਉਮਰ ਵਾਲਿਆਂ ਨੂੰ, ਕਿਉਂਕਿ ਤੁਹਾਨੂੰ ਤਜਰਬਾ ਵੱਧ ਹੈ, ਸਾਡੇ ਵਾਲੇ 'ਚ ਜੋਸ਼ ਵੱਧ ਹੁੰਦਾ ਆ। ਇਹ ਇਕੱਠੇ ਸੰਮੇਲਨ ਨਾਲ ਜਿਹੜੀ ਗੱਲਾਂ ਚੱਲਦੀਆਂ ਹੁੰਦੀਆਂ ਨੇ, ਉਹ ਟਾਈਮ ਤਾਂ ਫਿਰ ਜੋਸ਼ ਤੁਹਾਡੇ 'ਚ ਵੀ ਪੂਰਾ ਹੋਊਗਾ। ਪੂਰਾ ਜੋਸ਼ ਸੀ, ਪਰ ਜੋਸ਼ ਦੇ ਨਾਲ ਹੋਸ਼ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਹਾਂ, ਇਹ ਤਾਂ ਹੈ। ਜੋਸ਼ ਦੇ ਨਾਲ ਹੋਸ਼ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ। ਜਿਹੜੇ ਕਿ ਅੱਜ ਦੇ ਨੌਜਵਾਨ ਸਿਰਫ ਜੋਸ਼ ਰੱਖਦੇ ਨੇ, ਹੋਸ਼ ਨਹੀਂ ਰੱਖਦੇ। ਉਹ ਬਸ ਕਹਿੰਦੇ ਨੇ ਕੋਈ ਗੱਲ ਨਹੀਂ ਤੂੰ ਕਰਦੇ ਬਸ, ਅੱਗੇ ਨਹੀਂ ਸੋਚਦੇ ਵੀ ਉਹਦੇ ਕੀ ਨੁਕਸਾਨ। ਉਹ ਅੱਗੇ ਨਹੀਂ ਸੋਚਦੇ ਕਿ ਕਰਨ ਤੇ ਇਹਦਾ ਅੰਜਾਮ ਕੀ ਹੋ। ਪਰ ਇਹ ਚੀਜ਼ ਬਹੁਤ ਚੰਗੀ ਤੁਸੀਂ ਦੱਸੀ ਹੈ ਕਿ ਸੋਚਣਾ ਚਾਹੀਦਾ, ਪਹਿਲਾਂ ਸੋਚਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਕੈਪਟਨ ਸਾਹਿਬ, ਕਿਉਂਕਿ ਜੀ ਮੈਂ ਪੰਜਾਬ ਨਿਊਜ਼ ਦੇ ਜਿਹੜੇ ਵੀ ਤੁਸੀਂ ਇੱਥੇ ਪਹੁੰਚੇ ਹੋ, ਮੈਂ ਫਿਰ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ। ਧੰਨਵਾਦ। आप आए तो बाहर आए। क्या बात है, क्या बात। ठीक है नहीं, मेला आना आपका मुबारक, तशरीफ लाने वाले। क्या बात, क्या बात। बहुत बहुत ਧੰਨਵਾਦ ਕੈਪਟਨ ਸਾਹਿਬ, ਤੁਸੀਂ ਦੇਖਿਆ, ਕਿਉਂਕਿ ਉਹ ਚੀਜ਼ਾਂ ਫੀਲ ਕਰਨੀਆਂ, ਇਹ ਚੀਜ਼ਾਂ ਮਹਿਸੂਸ ਕਰਨੀਆਂ ਬੜੀਆਂ ਜ਼ਰੂਰੀ ਨੇ ਕਿ ਅਸਲ ਦੇ ਵਿੱਚ ਜੰਗ ਦੇ ਵਿੱਚ ਹੁੰਦਾ ਕੀ ਹੈ, ਕੀ ਚੱਲਦਾ ਹੁੰਦਾ। ਇੱਕ ਫੌਜੀ ਨਾ ਭਰਤੀ ਜਦ ਹੁੰਦਾ ਆ ਤਾਂ ਇੱਕ ਇਹ ਚੀਜ਼ ਸੋਚ ਕੇ ਹੁੰਦਾ, ਜਿਵੇਂ ਇੱਕ ਆਮ ਚੀਜ਼ਾਂ ਸੋਚਦੇ ਆ ਵੀ ਕਰੋ ਜਾਂ ਮਰੋ ਵਾਲੀ ਗੱਲ ਹੁੰਦਾ ਆ, ਵੀ ਵਤਨ ਦੇ ਵਾਸਤੇ ਮਰ ਮਿਟ ਵੀ ਜਾਵਾਂਗੇ, ਵਤਨ ਦੇ ਵਾਸਤੇ ਕੁਝ ਵੀ ਕਰ ਜਾਵਾਂਗੇ। ਪਰ ਕੀ ਅਸਲ ਦੇ ਵਿੱਚ ਜਦ ਜੰਗ ਲੱਗਦੀ ਹੁੰਦੀ ਹੈ ਤਾਂ ਫੌਜੀ ਦੇ ਦਿਲ ਦੇ ਵਿੱਚ ਕੀ ਚੱਲਦਾ ਹੁੰਦਾ, ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੁੰਦਾ, ਕੀ ਖਿਆਲਾਤ ਹੁੰਦੇ ਨੇ, ਕਿ ਉਹ ਪਰਿਵਾਰ ਬਾਰੇ ਸੋਚਦਾ ਆ, ਕਿਹਦੇ ਬਾਰੇ ਸੋਚਦਾ। ਜਿਵੇਂ ਸੁਣਿਆ ਤੁਸੀਂ ਕਿ ਇਸ ਸਮੇਂ ਅਸੀਂ ਕੈਪਟਨ ਜਰਨੈਲ ਸਿੰਘ ਜੀ ਦੇ ਘਰੇ ਬੈਠੇ ਸੀਗੇ, ਜਲਾਜਣ ਪਿੰਡ ਹੈ, ਕੈਪਟਨ ਜਰਨੈਲ ਸਿੰਘ ਜਲਾਜਣ ਜੀ ਉਹਨਾਂ ਦੇ ਘਰੇ ਬੈਠੇ ਸੀ। ਤੁਸੀਂ ਸਾਰੀ ਚੀਜ਼ਾਂ ਸੁਣੀਆਂ ਕੱਲੀ ਕੱਲੀ, ਵੀ ਜਦ ਜਿਹੜੇ ਸਾਰੇ ਟੈਂਕ ਸੀਗੇ ਉਹ ਅਕਵਾਇਰ ਕੀਤੇ ਸੀਗੇ 65 ਦੀ ਲੜਾਈ ਦੇ ਵਿੱਚ, ਉਸ ਤੋਂ ਬਾਅਦ 71 ਦੀ ਲੜਾਈ ਦੇ ਵਿੱਚ ਜਦ ਬੰਗਲਾਦੇਸ਼ ਨੂੰ ਰਿਹਾ ਕਰਵਾਇਆ ਸੀਗਾ, ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀਗਾ, ਜਿਹੜੇ ਆਪਾਂ ਪੂਰਵੀ ਜਿਹੜੀ ਆਪਾਂ ਕਹਿੰਦੇ ਸੀ ਪਾਕਿਸਤਾਨ ਨੂੰ, ਉਹ ਜਿਹੜਾ ਉੱਥੇ ਜਿਹੜੇ ਸਾਰੀ ਜਿਹੜੀਆਂ ਕਹਿੰਦੇ ਸੀਗੇ ਵੀ ਧੱਕਾ ਕਰ ਰਹੇ ਸੀਗੀ
ਪਾਕਿਸਤਾਨੀ ਫੌਜ ਜਿਹੜੀ ਉੱਥੇ ਬੈਠੀ ਸੀ, ਉਹ ਚੀਜ਼ਾਂ ਜਿਹੜੀਆਂ ਸਾਰੀਆਂ ਪਿੰਡੇ ਤੇ ਅੱਖੀਂ ਹੰਢਾਈਆਂ। ਕਾਫੀ ਦਰਦਨਾਕ ਗੱਲਾਂ ਵੀ ਜਿਹੜੀਆਂ ਦੱਸੀਆਂ ਸੀਗੀਆਂ, ਜਿਵੇਂ ਲੈਫਟੀਨੈਂਟ ਨੂੰ ਵਿੱਚੋਂ ਗੱਡੀਆਂ ਦੇ ਬੰਨ੍ਹ ਕੇ ਪਾੜ ਦਿੱਤਾ ਗਿਆ। ਐਸੀਆਂ ਚੀਜ਼ਾਂ ਨੂੰ ਕਹਿਣਾ ਸੌਖਾ ਆ, ਪਰ ਜਿਹੜਾ ਬੰਦਾ ਉੱਥੇ ਖੜ੍ਹ ਕੇ ਇਹ ਚੀਜ਼ ਪਿੰਡੇ ਤੇ ਹੰਢਾ ਰਿਹਾ ਹੁੰਦਾ ਆ, ਕਦੇ ਉਸ ਨੂੰ ਪੁੱਛ ਕੇ ਵੇਖਿਓ ਕੀ ਖਿਆਲਾਤ ਹੁੰਦੇ ਹੋਣਗੇ। ਮਰ ਮਿਟ ਜਾਣ ਦੀਆਂ ਗੱਲਾਂ ਐਵੇਂ ਨਹੀਂ ਹੁੰਦੀਆਂ ਦੇਸ਼ ਵਾਸਤੇ। ਦਿਲ ਦੇ ਵਿੱਚ ਜਜ਼ਬੇ, ਦਿਲ ਦੇ ਵਿੱਚ ਜਨੂਨ, ਦਿਲ ਦੇ ਵਿੱਚ ਉਬਾਲ ਅੱਜ ਵੀ ਬਹੁਤ ਹੈ। 85 ਸਾਲ ਦੀ ਉਮਰ ਹੋ ਗਈ, ਪਰ ਹੌਸਲਾ ਅਤੇ ਤਜਰਬਾ ਤਾਂ ਵੱਡਾ ਹੈ ਹੀ ਹੈ, ਪਰ ਹੌਸਲਾ ਜਿਹੜਾ ਆ ਮੇਰੀ ਉਮਰ ਦੇ ਲੋਕਾਂ ਤੋਂ ਵੀ ਵੱਧ ਕੇ ਹੈ। ਉਹ ਕਿਉਂ? ਕਿਉਂਕਿ ਐਸੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਵੇਖ ਲਈਆਂ ਜਿਹੜੀਆਂ ਸ਼ਾਇਦ ਹੀ ਕਿਸੇ ਨੇ ਵੇਖੀਆਂ ਹੋਣ। ਘਰੇ ਬੈਠ ਕੇ, ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ, ਕਮੈਂਟ ਕਰਨੇ ਬਹੁਤ ਸੌਖੇ ਨੇ ਕਿ ਜੰਗ ਲੱਗ ਜੇ, ਪਰ ਜੰਗਾਂ ਜਦ ਲੱਗਦੀਆਂ ਨੇ ਤਾਂ ਉਸ ਸਮੇਂ ਅਸਲ ਪਤਾ ਜਿਹੜਾ ਆ ਉਹ ਫੌਜੀ ਨੂੰ ਲੱਗਦਾ ਆ ਕਿ ਕਿੰਨਾ ਕੁ ਨੁਕਸਾਨ ਇੱਕ ਦੇਸ਼ ਨੂੰ ਹੋਊਗਾ, ਚਾਹੇ ਉਹ ਇੱਧਰਲਾ ਤਬਕਾ ਹੋਵੇ ਜਾਂ ਉੱਧਰਲੀ ਲੋਕ ਹੋਣ। ਨੁਕਸਾਨ ਦੋਨਾਂ ਧਿਰਾਂ ਦਾ ਹੁੰਦਾ ਹੈ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ। ਵੀਡੀਓ ਤੋਂ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਤੁਹਾਨੂੰ ਸਿੱਖਣ ਨੂੰ ਮਿਲੀਆਂ ਹੁੰਦੀਆਂ, ਖਾਸ ਕਰਕੇ ਜਿਵੇਂ ਮੇਰੇ ਵਰਗੇ ਯੂਥ ਨੇ ਇੱਕ ਗੱਲ ਦੱਸੀ ਹੈ ਕਿ ਪੇਸ਼ੈਂਸ, ਸਬਰ, ਇਹ ਬਹੁਤ ਵੱਡੀ ਚੀਜ਼ ਹੈ, ਇਹ ਰੱਖਣੀ ਚਾਹੀਦੀ ਹੈ। ਸਬਰ ਸਾਡੇ ਵਾਲੇ ਯੂਥ ਦੇ ਵਿੱਚ ਬਹੁਤ ਥੋੜ੍ਹਾ ਘੱਟ ਗਿਆ, ਪਰ ਅਪਣਾਉਣਾ ਚਾਹੀਦਾ ਆ। ਹੋਸ਼, ਜੋਸ਼ ਦੇ ਨਾਲ ਹੋਸ਼ ਦੀ ਵੀ ਗੱਲ ਕੀਤੀ ਹੈ ਕਿ ਹੋਸ਼ ਨੂੰ ਵੀ ਨਾਲ ਲੈ ਕੇ ਚੱਲਣ ਦੀ ਬਹੁਤ ਜ਼ਰੂਰਤ ਹੈ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ। ਇੱਕ ਸ਼ੇਅਰ ਤਾਂ ਤੁਹਾਡਾ ਬਣਦਾ ਹੈ। ਇਹ ਉਹ ਕੌਮ ਦੇ ਹੀਰੇ ਨੇ ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ, ਜ਼ਿੰਦਗੀ ਨਿਛਾਵਰ ਕਰ ਦਿੱਤੀ ਸੀਗੀ, ਦੇਸ਼ ਦੇ ਲੇਖੇ ਲਾਤੀ ਸਾਰੀ ਜ਼ਿੰਦਗੀ, ਅਤੇ ਅੱਜ ਆਪਣੇ ਪਰਿਵਾਰ ਦੇ ਨਾਲ ਸੁੱਖੀ ਸਾਂਦੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ ਮੈਂ ਇਹਨਾਂ ਦਾ ਫਿਰ ਤੋਂ ਕਹੂੰਗਾ, ਅਤੇ ਤੁਹਾਡਾ ਵੀ ਕਹੂੰਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਹੋਰ ਐਸੀਆਂ ਸੋਹਣੀਆਂ ਸ਼ਖਸੀਅਤਾਂ, ਸੋਹਣੀਆਂ ਰੂਹਾਂ ਨੂੰ, ਸੋਹਣੀਆਂ ਜਿਨ੍ਹਾਂ ਨੇ ਅਸਲ ਦੇ ਵਿੱਚ ਜ਼ਿੰਦਗੀ ਦੇ ਵਿੱਚ ਐਸੇ ਮੁਕਾਮ ਹਾਸਲ ਕੀਤੇ ਨੇ ਕਿ ਸਾਨੂੰ ਸਿੱਖਣ ਦੀ ਬਹੁਤ ਲੋੜ ਹੈ ਉਹਨਾਂ ਤੋਂ। ਉਹਨਾਂ ਨੂੰ ਸਮੇਂ-ਸਮੇਂ ਸਿਰ ਤੁਹਾਡੇ ਤੱਕ ਸਾਂਝਾ ਕਰਦਾ ਰਹੂੰਗਾ। ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਬੱਲ ਨੂੰ ਦਿਓ ਇਜਾਜ਼ਤ, ਤੇ ਵੇਖਦੇ ਰਹੋ ਪੰਜਾਬ ਨਿਊਜ਼। ਧੰਨਵਾਦ।